ਵਾਹਿਗੁਰੂ ਸਾਹਿਬ ਜੀ। ਕਿਰਪਾ ਕਰਹੁ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੁਪੈ ਸੁਆਮੀ, ਮਾਨਸ ਕੀ ਗਤ ਇਹੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਹੋ ਨਾ ਹਮ ਗਿਰਤੇ, ਰਖ ਲੀਨੀ ਹਰ ਮੇਰੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਿਲਾ ਪੰਜਵਾ। ਤੇਰੀ ਸ਼ਰਨ ਪੂਰੇ ਗੁਰਦੇਵ, ਤੁਧ ਬਿਨ ਦੂਜਾ ਨਾਹੀ ਕੋਈ। ਤੂੰ ਸਮਰੱਥ ਪੂਰਨ ਪਾਰ ਬ੍ਰਹਮ, ਸੋ ਧਿਆਏ ਪੂਰਾ ਜਿਸ ਕਰਮ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੰਧਿਆ ਵੇਲੇ ਤੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਧੰਤਾ ਦੇ ਯੋਗ ਹੋ ਸਤਿਗੁਰੂ ਜੀ ਨੇ ਸੰਗਤ ਦੇ ਵਿੱਚ ਆਉਣ ਵਾਲਿਆਂ ਦੀ ਮਹਿਮਾ ਦਾ ਜ਼ਿਕਰ ਕੀਤਾ ਕਿ ਜਿਹਨੂੰ ਸਤਿਗੁਰੂ ਜੀ ਨਦਰ ਕਰਨ, ਤਰਸ ਕਰਨ, ਮਿਹਰ ਕਰਨ, ਉਹੀ ਪੂਰਨ ਪਾਰ ਬ੍ਰਹਮ ਪਰਮੇਸ਼ਵਰ ਨੂੰ ਧਿਆ ਸਕਦਾ ਹੈ। ਨਹੀਂ ਤੇ ਕਚੜਿਆਂ ਦੇ ਨਾਲ ਬਹੁਤ ਜੁੜੇ ਹੋਏ ਨੇ। ਪੱਕੇ ਗੁਰੂ ਪਾਰ ਬ੍ਰਹਮ ਪਰਮੇਸ਼ਵਰ ਨੂੰ ਧਿਆਉਣ ਵਾਲੇ ਸਤਿਗੁਰੂ ਜੀ ਕਹਿੰਦੇ ਹੈ ਕਿ ਬਹੁਤ ਵੱਡੀ ਬਖਸ਼ਿਸ਼ ਦੇ ਨਾਲ ਉਹ ਸਿੱਧੇ ਮਾਰਗ ਤੇ ਤੁਰਦੇ ਨੇ। ਪਿੱਛੇ ਵੀ ਪੜ੍ਹਿਆ ਸੀ ਕੱਲ ਤੇ ਪਰਸੋਂ ਦੇ ਸ਼ਬਦਾਂ ਦੇ ਵਿੱਚ ਕਿ ਮਾਇਆ ਐਸੀ ਬਾਜੀ ਖੇਡਦੀ ਹੈ ਕਿ ਬੰਦਾ ਸਿੱਧਾ ਨਹੀਂ ਤੁਰਦਾ, ਟੇਢਾ ਹੀ ਤੁਰਦਾ। ਔਰ ਪਿੱਛੇ ਹੋਰ ਸ਼ਬਦ ਪੜ੍ਹ ਕੇ ਆਏ ਸੀ, ਉੱਤੇ ਵਿੱਚ ਜ਼ਿਕਰ ਸੀ ਸੂਧੇ ਸੂਧੇ ਰੇਗ ਚਲੋ ਤੁਮ, ਨਦਰ ਕੋ ਧੱਕਾ ਦਵਈਆ ਰੇ। ਜੇ ਸਿੱਧਾ ਨਹੀਂ ਤੁਰਿਆ ਤੇ ਫਿਰ ਧੱਕਾ ਪੈ ਜਾਂਦਾ, ਬੰਦਾ ਤਿਲਕ ਜਾਂਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮਾਰਗ ਇਹ ਸ਼ਾਹ ਮਾਰਗ ਹੈ, ਵੱਡਾ ਮਾਰਗ ਹੈ, ਪੂਰਨ ਮਾਰਗ ਹੈ। ਪਰ ਹਰ ਕੋਈ ਹਿੰਮਤ ਨਹੀਂ ਕਰਦਾ ਇਸ ਮਾਰਗ ਤੇ ਚੱਲਣ ਦੀ। ਔਰ ਸਾਰੇ ਹੀ ਸ਼ਾਰਟਕਟ ਭਾਲਦੇ ਆ, ਸੌਖਾ ਭਾਲਦੇ ਆ। ਕੋਈ ਸੌਖਾ ਤਰੀਕਾ ਦੱਸੋ, ਇਹ ਨਹੀਂ ਹੁੰਦਾ। ਪਰ ਜਿਹੜਾ ਇਸ ਮਾਰਗ ਤੇ ਤੁਰਦਾ ਹੈ, ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਅੱਜ ਦੇ ਸ਼ਬਦ ਦੀ ਆਰੰਭਤਾ ਤੋਂ ਇਹੀ ਕਿਰਪਾ ਕਰ ਰਿਹਾ ਕਿ ਕੋਈ ਸ਼ਰਣੀ ਵਿੱਚ ਆਉਂਦਾ ਹੈ ਤੇ ਪੂਰੇ ਗੁਰਦੇਵ ਦੀ ਕਿਰਪਾ ਦੇ ਨਾਲ ਹੀ ਆਉਂਦਾ ਹੈ। ਸੋ ਆਓ ਜੀ ਸਤਿਗੁਰੂ ਜੀ ਦੀ ਸ਼ਰਨ ਵਿੱਚ ਸਿਰ ਝੁਕਾਈਏ। ਸ਼ੁਕਰਾਨਾ ਰੂਪੀ ਸਤਿਗੁਰੂ ਜੀ ਦੇ ਹਾਜ਼ਰ ਨਾਜ਼ਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਬੈਠੇ ਔਰ ਘਰ ਬੈਠੇ ਸਾਰੇ ਜਿਹੜੇ ਸਰਵਣ ਕਰ ਰਹੇ ਹੋ, ਵਿਚਾਰ ਆਰੰਭਣ ਤੋਂ ਪਹਿਲਾਂ ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਪੰਜਵਾਂ। ਤੇਰੀ ਸ਼ਰਨ ਪੂਰੇ ਗੁਰਦੇਵ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਭਾਗਾਂ ਦੇ ਨਾਲ ਹੈ। ਤੁਧ ਬਿਨ ਦੂਜਾ ਨਾਹੀ ਕੋਏ, ਕੋਈ ਹੈ ਦੂਸਰਾ? ਕੋਈ ਵੀ ਨਹੀਂ ਹੈ। ਕਿਸ ਹੀ ਕੋਈ ਕੋਈ ਮੰਝ ਨਿਮਾਣੀ, ਇੱਕ ਤੂੰ। ਮੇਰੇ ਵਾਸਤੇ ਇੱਕੋ ਹੀ ਹੈ। ਤੂੰ ਸਮਰੱਥ ਪੂਰਨ ਪਾਰ ਬ੍ਰਹਮ,
ਤੁਸੀਂ ਪ੍ਰਭੂ ਜੀ ਸਮਰੱਥ ਹੋ, ਸਾਰੀ ਤਾਕਤਾਂ ਤੁਹਾਡੇ ਵਿੱਚ ਨੇ, ਹਰ ਕੁਛ ਤੁਸੀਂ ਕਰਨ ਵਾਲੇ ਹੋ ਤੇ ਕਰਕੇ ਵਿਗਾੜਨ ਵਾਲੇ ਵੀ ਤੁਸੀਂ ਹੋ ਤੇ ਵਿਗਾੜ ਕੇ ਫਿਰ ਸਵਾਰਨ ਵਾਲੇ ਵੀ ਤੁਸੀਂ ਹੋ। ਜੇ ਕੋ ਡੂਬੈ ਫਿਰ ਹੋਵੈ ਸਾਰ, ਡੁੱਬਦੇ ਨੂੰ ਬਚਾਉਣ ਵਾਲੇ, ਕੱਢਣ ਵਾਲੇ ਵੀ ਤੁਸੀਂ ਹੋ। ਕਿਰਪਾ ਕਰਕੇ, ਤਰਸ ਕਰਕੇ ਚੰਗੇ ਮਾਰਗ ਤੇ ਤੁਰਨ ਵਾਲੇ ਵੀ ਤੁਸੀਂ ਹੋ। ਸਮਰੱਥ ਹੋ ਸੋ ਧਿਆਏ ਪੂਰਾ ਜਿਸ ਕਰਮ, ਕਰਮ ਇੱਥੇ ਫਾਰਸੀ ਦਾ ਕਰਮ ਹੈ ਜਿਹਦਾ ਮਤਲਬ ਹੈ ਕਿਰਪਾ, ਬਖਸ਼ੀਸ਼, ਮਾਇਆ। ਜਿਹਦੇ ਉੱਤੇ ਕਿਰਪਾ ਹੁੰਦੀ ਹੈ ਉਹੀ ਪੂਰੇ ਸਤਿਗੁਰ ਨੂੰ ਧਿਆਉਂਦਾ ਹੈ ਜੀ। ਤਰਨ ਤਾਰਨ ਪ੍ਰਭ ਤੇਰੋ ਨਾਉ, ਏਕਾ ਸ਼ਰਨ ਗਹੀ ਮਨ ਮੇਰੈ, ਤੁਧ ਬਿਨ ਦੂਜਾ ਨਾਹੀ ਠਾਉ ਰਹਾਉ। ਰਹਾਉ ਦੀ ਤੁਕਾਂ ਦੇ ਵਿੱਚ ਸਤਿਗੁਰ ਜੀ ਫਰਮਾਉਂਦੇ ਨੇ, ਤਰਨ ਤਾਰਨ ਪ੍ਰਭ ਤੇਰੋ ਨਾਉ, ਤੁਹਾਡਾ ਨਾਮ ਤਾਰਨ ਵਾਲਾ ਹੈ। ਜੇ ਕੋਈ ਤੁਹਾਡੀ ਸ਼ਰਨ ਵਿੱਚ ਆਉਂਦਾ ਹੈ ਤੇ ਇਹ ਆਖਦਾ ਹੈ ਕਿ ਤਉ ਮੈਂ ਆਇਆ, ਸ਼ਰਣੀ ਆਇਆ, ਭਰੋਸਾ ਆਇਆ, ਕਿਰਪਾ ਆਇਆ, ਮੈਂ ਕਿਰਪਾ ਕਰਕੇ ਆਇਆ। ਤੇ ਜਿਹੜਾ ਸ਼ਰਨ ਆ ਜੇ ਉਹਨੂੰ ਤੁਸੀਂ ਤਾਰਨ ਵਾਲੇ ਹੋ। ਤਰਨ ਤਾਰਨ ਪ੍ਰਭ ਤੇਰੋ ਨਾਉ, ਏਕਾ ਸ਼ਰਨ ਗਹੀ ਮਨ ਮੇਰਾ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ। ਇੱਕੋ ਹੀ ਸ਼ਰਨ ਹੈ। ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰ ਹਾਈ। ਇੱਕੋ ਹੀ ਸ਼ਰਨ ਹੈ, ਏਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ, ਇੱਕੋ ਹੀ ਸ਼ਰਨ ਹੈ, ਦੂਸਰੀ ਕੋਈ ਸ਼ਰਨ ਨਹੀਂ। ਸਤਿਗੁਰੂ ਜੀ ਕਹਿੰਦੇ ਜਿਹੜਾ ਮਨ ਦੇ ਅੰਦਰ ਪਕੜ ਲੈਂਦਾ ਹੈ ਨਾ ਕਿ ਜਿਹੜਾ ਸ਼ਬਦ ਹੈ ਉਹੀ ਸਭ ਕੁਝ ਸਵਾਰਨ ਵਾਲਾ ਹੈ, ਫਿਰ ਉਸ ਸਿੱਖ ਨੂੰ, ਉਸ ਮਰਜੀਵੜੇ ਨੂੰ, ਕਿਉਂਕਿ ਮਹਾਰਾਜ ਜੀ ਉਹਨੂੰ ਮਰਜੀਵੜਾ ਕਹਿੰਦੇ ਆ, ਜਿਹੜਾ ਧਿਆ ਲੈਂਦਾ ਉਹ ਮਰਜੀਵੜੇ ਤੋਂ ਘੱਟ ਨਹੀਂ ਹੈ। ਜਿਹੜਾ ਮਾਇਆ ਦੀ ਇਸ ਭੀੜ ਦੇ ਵਿੱਚ ਇੱਕੋ ਨੂੰ ਫੜ ਲੈਂਦਾ ਉਹ ਪੂਰਾ ਮਹਾਬਲੀ ਹੈ, ਉਹ ਸੂਰਮਾ ਹੈ। ਸਤਿਗੁਰੂ ਜੀ ਕਹਿੰਦੇ ਏਕ ਸ਼ਰਨ ਗਈ ਮਨ ਮੇਰਾ, ਤੁਧ ਬਿਨ ਦੂਜਾ ਨਾਹੀ ਠਾਉ। ਕੋਈ ਠਾਉ ਹੋਏ, ਕੋਈ ਆਸਰਾ ਹੋਏ। ਮਾਇਆ ਜਿਹੜਾ ਆਸਰਾ ਹੈ, ਦੁਨੀਆ ਦਾ ਜਿਹੜਾ ਆਸਰਾ ਹੈ, ਇਉਂ ਸਮਝੋ ਕਿ ਰੁੱਖ ਦੀ ਡਾਲੀ ਹੈ। ਜਿਹੜਾ ਬੰਦਾ ਰੁੱਖ ਦੀ ਡਾਲੀ ਉੱਤੇ ਬੈਠਾ ਉਹ ਡੋਲੇਗਾ ਹੀ। ਹਮ ਡੋਲਤ ਬੇੜੀ ਪਾਪ ਭਰੀ ਹੈ। ਅਸੀਂ ਜਿਹੜੀਆਂ ਬੇੜੀਆਂ ਨੂੰ ਆਸਰਾ ਮੰਨੀ ਬੈਠੇ ਹਾਂ ਉਹ ਸਭ ਡੋਲਦਾ ਪਿਆ, ਪਰ ਜਿਹੜੀ ਇੱਕ ਚੀਜ਼ ਅਡੋਲ ਹੈ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ। ਤੁਹਾਡੇ ਤੋਂ ਬਿਨਾ ਕੋਈ ਆਸਰਾ, ਕੋਈ ਠਾਉ ਅਡੋਲ ਨਹੀਂ ਹੈ। ਇਸ ਕਰਕੇ ਪ੍ਰਭੂ ਜੀ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ, ਤੁਹਾਡੇ ਹੀ ਆਸਰੇ, ਤੁਹਾਡੇ ਹੀ ਪੱਲੇ ਲੱਗਿਆ ਰਹਾਉ। ਜਪ ਜਪ ਜੀਵਾ ਤੇਰਾ ਨਾਉ, ਆਗੈ ਦਰਗਹਿ ਪਾਵਉ ਠਾਉ। ਦੁਖ ਅੰਧੇਰਾ ਮਨ ਤੇ ਜਾਏ, ਦੁਰਮਤ ਬਿਨ ਸਹਿ ਰਾਚੈ ਹਰ ਨਾਏ। ਸਤਿਗੁਰੂ ਜੀ ਕਹਿੰਦੇ ਆ ਜੇ ਕੋਈ ਜੀ ਸਕਦਾ ਹੈ ਤੇ ਪ੍ਰਭੂ ਦੇ ਨਾਮ ਤੋਂ ਹੀ। ਇਹ ਹੈ ਆਤਮਿਕ ਜੀਵਨ। ਹੁਣ ਬੜੀ ਕਮਾਲ ਦੀ ਗੱਲ ਹੈ, ਜੀ ਤੇ ਅਸੀਂ ਰਹੇ ਹਾਂ, ਇਹ ਜੀਣਾ ਕੀ ਜੀਣਾ ਨਹੀਂ ਹੈ। ਮਹਾਰਾਜ ਕਹਿੰਦੇ ਨਹੀਂ, ਇਹ ਜਿਉਣਾ ਨਹੀਂ ਹੈ, ਕਿਉਂਕਿ ਕਰਤੂਤ ਪਸ਼ੂ ਕੀ। ਇਸ ਕਰਕੇ ਇਸ ਜੀਵਨ ਨੂੰ ਪ੍ਰਵਾਨ ਨਹੀਂ ਕੀਤਾ। ਕਿਉਂ ਨਹੀਂ ਜੀਵਣਾ? ਕਿਉਂਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ, ਇਸ ਕਰਕੇ ਜਿਉਣਾ ਨਹੀਂ ਹੈ। ਕਲ ਮਹਿ ਪ੍ਰੇਤ ਜਿਨ ਰਾਮ ਨਾ ਪਛਾਤਾ, ਇਸ ਕਰਕੇ ਜਿਉਣਾ ਨਹੀਂ ਹੈ ਕਿ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਕਾ ਅਵਤਾਰ, ਇਸ ਕਰਕੇ ਜਿਉਣਾ ਨਹੀਂ ਹੈ। ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਕਾ ਸਿਕਦਾਰ, ਇਸ ਕਰਕੇ ਮਹਾਰਾਜ ਕਹਿੰਦੇ ਜਿਉਣਾ ਨਹੀਂ ਹੈ। ਇਸ ਨੂੰ ਜੀਵਨ ਨਹੀਂ ਆਉਂਦਾ। ਜੀਵਨ ਕਿਹਨੂੰ ਆਖਿਆ? ਜੀਵਨੋ ਮੈਂ ਜੀਵਨ ਪਾਇਆ, ਗੁਰਮੁਖ ਪਾਏ ਰਾਮ। ਗੁਰੂ ਤੋਂ ਮੈਂ ਸਿੱਖਿਆ ਲੈ ਕੇ ਇਹ ਜੀਵਨ ਪਾਇਆ ਕਿ ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਇੱਥੋਂ ਬਾਹਰ ਜਾ ਕੇ ਮੈਂ ਮਾਣ ਕਰਦਾ ਫਿਰਾਂ, ਮੈਂ ਸੱਚ ਬੋਲਦਾ, ਮੈਂ ਕਿਸੇ ਦਾ ਦਿਲ ਨਹੀਂ ਦੁਖਾਉਂਦਾ, ਮੈਂ ਚੰਗੇ ਮਾਰਗ ਤੇ ਤੁਰਦਾ, ਮੈਨੂੰ ਕੀ ਲੋੜ ਹੈ ਪ੍ਰਭੂ ਦਾ ਨਾਮ। ਮਹਾਰਾਜ ਜੀ ਨੇ ਕਿਹਾ ਨਾ, ਨਾਨਕ ਗੁਰੂ ਨਾ ਚੇਤਨੀ, ਮਨ ਆਪਣਾ ਸੁਚੇਤ। ਸੁਚੇਤ ਦਾ ਮਤਲਬ ਚਲਾਕ, ਚਲਾਕੀ। ਲੈ ਮੈਨੂੰ ਕੀ ਲੋੜ ਹੈ, ਮੈਂ ਕਿਹੜਾ ਬੁਰਾ ਮਨਾਉਂਦਾ ਕਿਸੇ ਦਾ। ਇਸ ਕਰਕੇ ਮਹਾਰਾਜ ਕਹਿੰਦੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਨੂ, ਮੈਂ ਕਿਆ ਜਾਨੂ ਬਾਬਾ ਰੇ। ਇਹ ਕਦੀ ਨਹੀਂ ਕਹਿਣਾ ਕਿ ਮੈਂ ਤੇ ਚੰਗਾ ਹੀ ਕਰ ਰਿਹਾ। ਕੁਝ ਨਹੀਂ ਪਤਾ ਕਿਸ ਵੇਲੇ ਪੈਰ ਥੱਲੇ ਕਰਮ ਦਾ ਕੰਡਾ ਚੁੱਪ ਜਾਏ। ਫਿਰ ਬੰਦਾ ਕਹਿੰਦਾ ਹਾਏ ਇਹ ਕੀ ਹੋਇਆ, ਮਾੜੇ ਕਰਮ ਅੱਗੇ ਆ ਗਏ। ਅਕਸਰ ਇਹ ਸੁਣਿਆ ਜਾਂਦਾ।
ਇਸ ਕਰਕੇ ਮਹਾਰਾਜ ਜੀ ਇਹ ਕਹਿੰਦੇ ਆ ਕਿ ਇਹ ਜਿਉਣਾ ਨਹੀਂ ਹੈ ਜਿਸ ਜੀਵਨ ਨੂੰ ਅਸੀਂ ਆਪਣਾ ਜੀਵਨ ਸਮਝਿਆ ਹੋਇਆ। ਜਿਉਣਾ ਕੀ ਹੈ? ਜਿੱਥੇ ਪ੍ਰਭੂ ਦਾ ਨਾਮ, ਪ੍ਰਭੂ ਦੇ ਗੁਣ, ਪ੍ਰਭੂ ਦੀ ਸਿਫਤ ਸਲਾਹ ਹੈ। ਸਾਡਾ ਜਿਉਣਾ ਸਹਿਜਮਤੀ ਜਿਉਣਾ ਹੈ। ਸਾਡਾ ਜੀਵਨ ਸੰਤੋਖ ਵਾਲਾ ਜੀਵਨ ਹੈ, ਸਬਰ ਵਾਲਾ ਜੀਵਨ ਹੈ, ਮਿਠਬੋਲ ਵਾਲਾ जीवन है। सबको मीत हम आपन कीना, हम सबना के साजन वाला जीवन है। बिसर गई सब तात पराई, ये वाला जीवन है। इस जीवन ਨੂੰ ਸਤਿਗੁਰ ਜੀ ਨੇ ਸਿਰਮੌਰ ਆਖਿਆ। ਸਤਿਗੁਰ ਜੀ ਕਹਿੰਦੇ ਹੈ ਇੱਕ ਪ੍ਰਾਇੋਰਟੀ ਹੁੰਦੀ ਹੈ ਜੀਵਨ ਦੀ। ਦੁਕਾਨਦਾਰੀ ਕਰਨੀ ਹੈ, ਕਾਰੋਬਾਰ ਕਰਨੇ ਹੈ, ਨੌਕਰੀਆਂ ਵੀ ਹੈਗੀਆਂ, ਸਾਰਾ ਕੁਝ ਗ੍ਰਸਤ ਵੀ ਹੈ, ਉਹ ਪ੍ਰਾਇੋਰਟੀ ਹੈ ਸਾਡੀ, ਇਹਨੂੰ ਜਿਉਣਾ ਹੈ। ਪਰ ਸਤਿਗੁਰ ਜੀ ਕਹਿੰਦੇ ਆ ਕਿ ਉਹ ਵਿਰਲੇ ਹੁੰਦੇ ਆ ਸਿੱਖ ਜਿਹੜੇ ਉਹਦੇ ਵਿੱਚ ਸੰਗਤ ਦੀ ਵੀ ਪ੍ਰਾਇੋਰਟੀ ਰੱਖਦੇ ਆ। ਬਸ ਆਪਣੇ ਜੀਵਨ ਨੂੰ ਸੇਧ ਲੈਂਦੇ ਆ ਗੁਰੂ ਤੋਂ, ਉਹਨਾਂ ਦਾ ਜੀਵਨ ਸੁਖਾਲਾ ਹੋ ਜਾਂਦਾ ਹੈ, ਸੁਖ ਭਰਪੂਰ ਹੋ ਜਾਂਦਾ ਹੈ। ਇਹਨੂੰ ਕਿਹਾ ਜਪ ਜਪ ਜੀਵਾ ਤੇਰਾ ਨਾਉ, ਮੈਨੂੰ ਜੀਵਨ ਮਿਲਦਾ ਹੈ। ਆਗੇ ਦਰਗਹ ਪਾਵੂੰ ਠਾਉ, ਮੈਨੂੰ ਆਸਰਾ ਮਿਲਦਾ ਹੈ ਦਰਗਾਹ ਦਾ। ਕਿਹੜਾ ਆਸਰਾ? ਜਿਹਨੂੰ ਅਸੀਂ ਰੋਜ਼ ਚੇਤੇ ਕਰਦੇ ਹਾਂ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ। ਸਭ ਕੁਛ, ਸਾਰੀਆਂ ਤਾਕਤਾਂ ਨੇ। ਇਸ ਜਗਤ ਦੀ ਤੇ ਗੱਲ ਹੀ ਨਹੀਂ ਕਰ ਰਹੇ ਸਤਿਗੁਰ ਜੀ। ਸਤਿਗੁਰ ਜੀ ਤੇ ਇਸ ਬ੍ਰਹਿਮੰਡ ਦੀ ਗੱਲ ਕਰ ਰਹੇ। ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾਨ। ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ। ਫਿਰ ਜਦ ਗੁਰੂ ਨਾਨਕ ਸਾਹਿਬ ਨੂੰ ਸਿੱਖਿਆ ਜਾਂਦਾ ਹੈ, ਸਿੱਖਿਆ ਲਈ ਜਾਂਦੀ ਹੈ ਕਿ ਜਦ ਖੰਡ ਬ੍ਰਹਿਮੰਡ ਇੱਕ ਮਰਿਆਦਾ ਵਿੱਚ ਤੁਰ ਰਿਹਾ ਹੈ ਔਰ ਬੜਾ ਸੋਹਣਾ ਜੀਵਨ ਚੱਲ ਰਿਹਾ ਹੈ, ਜੇ ਮਰਿਆਦਾ ਤੋਂ ਬਾਹਰ ਹੋ ਜਾਣ ਤਾਂ ਤਬਾਹੀ ਮਚ ਜਾਏਗੀ। ਫਿਰ ਇਹ ਮਰਿਆਦਾ 'ਚ ਕਿਉਂ ਨਹੀਂ ਆ ਰਿਹਾ? ਜੇ ਨਹੀਂ ਹੈ ਤਾਂ ਫਿਰ ਤਬਾਹੀ ਹੈ। ਇਹ ਸਤਿਗੁਰੂ ਜੀ ਕਹਿੰਦੇ ਇਹ ਦਰਗਹਿ ਠਾਉ, ਇਹਨੂੰ ਕਿਹਾ ਆਗੈ ਪਾਵੈ ਦਰਗਹਿ ਠਾਉ, ਦੁੱਖ ਅੰਧੇਰਾ ਮਨ ਤੇ ਜਾਏ, ਦੁਰਮਤ ਬਿਨਸੈ ਰਾਚੈ ਹਰਨਾਏ। ਦੁਰਮਤ ਜਿਹੜੀ ਹੈ ਉਹ ਦੂਰ ਕਰਨੀ ਪਏਗੀ, ਮਾੜੀ ਮੱਤ ਦਾ ਪੱਲਾ ਝਾੜਨਾ ਪਏਗਾ। ਇਹ ਨਹੀਂ ਕਿ ਕਰਤ ਵਿਕਾਰ ਦੋ ਕਰ ਝਾਰਤ, ਪਾਪ ਕਰਕੇ ਐ ਹੱਥ ਝਾੜ ਤੇ ਚਲੋ ਜੀ ਠੀਕ ਹੈ, ਕੌਣ ਦੇਖ ਰਿਹਾ? ਕੋਈ ਨਹੀਂ ਦੇਖਦਾ। ਨਹੀਂ, ਸਤਿਗੁਰੂ ਜੀ ਕਹਿੰਦੇ ਦੁਰਮਤ ਨੂੰ ਦੂਰ ਕਰਕੇ ਇਹ ਜੀਵਨ ਜਾਚ ਸਿੱਖਣੀ ਪਏਗੀ, ਤਾਂ ਮਨ ਦੇ ਵਿੱਚ ਇਹ ਨਾਮ ਵਸੇਗਾ, ਤਾਂ ਸੰਗਤ 'ਚ ਆ ਕੇ ਮਨ ਟਿਕੇਗਾ ਜੀ। ਚਰਨ ਕਮਲ ਸਿਉ ਲਾਗੀ ਪ੍ਰੀਤ, ਗੁਰ ਪੂਰੇ ਕੀ ਨਿਰਮਲ ਰੀਤ। ਭਉ ਭਾਗਾ ਨਿਰਭਉ ਮਨ ਬਸੈ, ਅੰਮ੍ਰਿਤ ਨਾਮ ਰਸਨਾ ਨਿਤ ਜਪੈ। ਚਰਨ ਕਮਲ ਸਿਉ ਲਾਗੀ ਪ੍ਰੀਤ, ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ। ਮੇਰੇ ਲਾਲਨ ਪ੍ਰੀਤ ਦੇ ਨਾਲ, ਲਾਲਨ ਰਾਵਿਆ ਕਵਨ ਗਤੀਰੀ, ਸਖੀ ਬਤਾਵੋ ਮੁਝੇ ਮਤੀਰੀ। ਸੋਹਬ ਸੋਹਬ ਸੁਹਬੀ, ਆਪਣੇ ਪ੍ਰੀਤਮ ਕੇ ਰੰਗ ਰਤੀ। ਇਹ ਹੈ ਪ੍ਰੀਤਮ ਨੂੰ ਰਾਵਣ ਦਾ ਰਸਤਾ। ਸਾਧ ਸੰਗਤ ਦੇ ਵਿੱਚ ਇਹ ਸਿੱਖਿਆ ਕਿ ਭੈਕੀਆਂ ਦੇ ਸਾਲਾਈਆਂ, ਰੱਬ ਦਾ ਭੈ ਹੋਣਾ ਚਾਹੀਦਾ, ਸੁੱਚਾ ਭੈ। ਭਾਵ ਕਾ ਕਰ ਸ਼ਿੰਗਾਰੋ, ਪ੍ਰੇਮ ਹੋਣਾ ਚਾਹੀਦਾ ਸਾਰਿਆਂ ਲਈ। ਤਾਂ ਸੁਹਾਗਣ ਜਾਣੀਆਂ ਲਾਗੇ ਜਾਂ ਸ਼ੌ ਧਰੇ ਪਿਆਰੋ। ਤੇ ਪ੍ਰੇਮ ਦੀ ਬਾਤ ਹੋਣੀ ਚਾਹੀਦੀ, ਨਫ਼ਰਤ ਨਹੀਂ ਹੋਣੀ ਚਾਹੀਦੀ। ਸਾਹਿਬ ਜੀ ਕਹਿੰਦੇ ਆ ਕਿ ਜਿਹੜਾ ਇਸ ਮਾਰਗ ਤੇ ਤੁਰਨਾ ਹੈ, ਚਰਨ ਕਮਲ ਸਿਉ ਲਾਗੀ ਪ੍ਰੀਤ, ਬਾਣੀ ਨਾਲ ਪ੍ਰੀਤ ਜੁੜੀ। ਗੁਰਪੂਰੇ ਕੀ ਨਿਰਮਲ ਰੀਤ, ਗੁਰੂ ਪੂਰੇ ਨੂੰ ਧਿਆਉਂਦਿਆਂ ਉਹਦਾ ਜੀਵਨ ਨਿਰਮਲ ਹੋ ਗਿਆ, ਜੀਵਨ ਦੇ ਕਾਰਜ ਨਿਰਮਲ ਹੋ ਗਏ, ਪਵਿੱਤਰ ਹੋ ਗਿਆ। ਭਾਉ ਭਾਗਾ ਨਿਰਭਉ ਮਨ ਵਸੈ, ਮੌਤ ਦਾ ਡਰ ਵੀ ਖਤਮ ਹੋ ਗਿਆ, ਮਨ ਦੇ ਅੰਦਰ ਨਿਰਭਉ ਵਸ ਗਿਆ। ਨਿਰਭਉ ਵਸੈ ਸਗਲ ਭਉ ਮਿਟੈ। ਕਿਵੇਂ ਹੋਇਆ? ਅੰਮ੍ਰਿਤ ਨਾਮ ਰਸਨਾ ਨਿਤ ਜਪੈ। ਰਸਨਾ ਜਪਤੀ ਤੂੰ ਹੀ, ਮਾਤ ਗਰਭ ਤੁਮ ਹੀ ਪ੍ਰਤਪਾਲਕ, ਮ੍ਰਿਤ ਮੰਡਲ ਇਤ ਤੂੰ ਹੀ। ਇਹ ਸਮਝ ਆਇਆ ਕਿ ਜੇ ਉੱਥੇ ਬਚਾ ਲੱਗ ਸਕਦੇ ਹੋ ਮਾਤਾ ਦੇ ਗਰਭ ਦੇ ਵਿੱਚ ਵੀ, ਤੇ ਇਸ ਮਾਇਆ ਦੀ ਅੱਗ, ਇਸ ਦੁੱਖਾਂ ਦੀ ਅੱਗ, ਚਿੰਤਾਵਾਂ ਦੀ ਅੱਗ ਤੋਂ ਬਚਾਉਣ ਵਾਲੇ ਤੁਸੀਂ ਹੋ। ਪਰ ਇੱਕੋ ਸ਼ਰਤ ਹੈ, ਜੇ ਇਹ ਰਸਨਾ ਨਿਤ ਜਪੇਗੀ ਤਾਂ ਇਹ ਇਸ ਤਾਤੀ ਵਾਉ ਤੋਂ ਇਹ ਜੀਵਨ ਬਚੇਗਾ ਜੀ। ਕੋਟ ਜਨਮ ਕੇ ਕਾਟੇ ਫਾਹੇ, ਪਾਇਆ ਲਾਭ ਸੱਚਾ ਤਨ ਲਾਹੇ। ਟੋਟ ਨ ਆਵੇ ਅਖੁੱਟ ਭੰਡਾਰ, ਨਾਨਕ ਭਗਤ ਸੁਹੈ ਹਰ द्वार। ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੁਖਾ ਹਰਿਆ। ਸੁਮਤ ਪਾਈ ਨਾਮ ਧਿਆਈ।
ਇੱਥੇ ਆ ਕੇ ਸਾਧ ਦੀ ਸੰਗਤ ਦੇ ਵਿੱਚ ਸੁੱਕਾ ਮਨ ਹਰਿਆ ਹੋ ਜਾਂਦਾ ਹੈ। ਇੱਥੇ ਸੁਮਤ ਮਿਲਦੀ ਹੈ, ਦੁਰਮਤ ਦੂਰ ਹੁੰਦੀ ਹੈ। ਕੋਟ ਜਨਮ ਕੇ ਕਾਟੇ ਫਾਹੇ, ਪਾਇਆ ਲਾਭ ਸੱਚਾ ਧਨ ਲਾਹੇ। ਕਿਹੜਾ ਲਾਭ ਮਿਲਿਆ? ਪੀਊ ਦਾਦੇ ਕਾ ਖੋਲ ਡਿਠਾ ਖਜ਼ਾਨਾ, ਨਾਮ ਦਾ ਖਜ਼ਾਨਾ, ਸ਼ੋਭਾ ਮਿਲੀ। ਤੋਟ ਨਾ ਆਵੇ ਖੁੱਟ ਭੰਡਾਰ, ਤੋਟ ਨਾ ਆਵੇ ਬਦਦੋ ਜਾਈ। ਇਹਨੂੰ ਘਟਾ ਨਹੀਂ ਸਕਦਾ ਕੋਈ, ਲੁੱਟ ਨਹੀਂ ਸਕਦਾ, ਇਹਨੂੰ ਕੋਈ ਚੋਰੀ ਨਹੀਂ ਕਰ ਸਕਦਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਪੋ ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਪਾਏ ਨਾ ਸਾਕੈ ਜਾਲੇ। ਤਸਕਰ ਕਹਿੰਦੇ ਚੋਰ ਨੂੰ, ਇਹਨੂੰ ਕੋਈ ਘਟਾ ਨਹੀਂ ਸਕਦਾ। ਇਹ ਸ਼ੋਭਾ ਵੱਧਦੀ ਹੈ, ਨਿੰਦਾ ਕਰਨ ਨਾਲ ਵੀ ਵੱਧਦੀ ਹੈ। ਕੋਈ ਨਿੰਦਾ ਕਰੇ, ਕੋਈ ਚੁਗਲੀ ਕਰੇ, ਕੋਈ ਮਾੜਾ ਚਿਤਵੇ, ਮਾੜਾ ਹੀ ਸੋਚਦਾ ਰਹੇ, ਤਾਂ ਵੀ ਇਹ ਸ਼ੋਭਾ ਨਹੀਂ ਘਟਦੀ। ਨਾਨਕ ਭਗਤ ਸੁਹੈ ਹਰ ਦੁਆਰੇ, ਹਰ ਦੁਆਰ। ਇਹਨੂੰ ਕਿਹਾ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਉਹ ਸੋਹਣੇ ਲੱਗਦੇ ਨੇ, ਉਹਨਾਂ ਨੂੰ ਸ਼ੋਭਾ ਮਿਲਦੀ ਹੈ ਗੁਰੂਦੁਆਰੇ ਦੇ ਵਿੱਚ ਜੀ। ਰਾਮ ਕਲੀ ਮਹਿਲਾ ਪੰਜਵਾ, ਜਪੋ ਜੀ। ਰਤਨ ਜਵੇ ਹਰ ਨਾਮ, ਸਤ ਸੰਤੋਖ ਗਿਆਨ, ਸੁਖ ਸਹਿਜ ਦਇਆ ਕਾ ਪੋਤਾ, ਹਰ ਭਗਤਾਂ ਹਵਾਲੇ ਹੋਤਾ। ਜਦ ਅਸੀਂ 4 ਪੈਸੇ ਇਕੱਠੇ ਕਰਕੇ ਕੋਈ ਗਹਿਣਾ ਗੱਟਾ ਲੈਂਦੇ ਹਾਂ, ਕੋਈ ਰਤਨ ਲੈਂਦੇ ਹਾਂ, ਤੇ ਮਨ 'ਚ ਚਾਅ ਹੁੰਦਾ, ਖੇੜਾ ਹੁੰਦਾ ਕਿ ਚਲੋ ਕੋਈ ਐਸੀ ਚੀਜ਼ ਹੈ ਜਿਹਨੂੰ ਇਹਨੂੰ ਵੀ ਅਸੀਂ ਫਿਕਸ ਐਸੈਟ ਹੀ ਕਹਿੰਦੇ ਹਾਂ ਕਿ ਚਲੋ ਇਹ ਲਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੁੱਖ ਹੋਏਗਾ, ਕੋਈ ਸਾਨੂੰ ਆਉਣ ਵਾਲੇ ਸਮੇਂ 'ਚ ਲਾਹਾ ਦੇਗਾ, ਇਹਦੇ ਵਿੱਚ ਅਸੀਂ ਇਨਵੈਸਟ ਕੀਤਾ। ਮਹਾਰਾਜ ਕਹਿੰਦੇ ਜਿਸ ਤਰ੍ਹਾਂ ਬਾਹਰੋਂ ਰਤਨ ਦੇ ਵਿੱਚ ਕਿਸੇ ਖਾਸ ਕਿਸਮ ਦੇ ਮੈਟਲ 'ਚ ਇਨਵੈਸਟ ਕੀਤਾ ਜਾਏ ਤੇ ਆਉਣ ਵਾਲੇ ਸਮੇਂ 'ਚ ਉਹ ਫਾਇਦਾ ਹੀ ਦਿੰਦਾ। ਉਹਦੀ ਇਨਫਲੇਟ ਹੀ ਹੁੰਦੀ ਹੈ ਵੈਲਿਊ, ਡਿਫਲੇਟ ਨਹੀਂ ਹੁੰਦੀ, ਉਹ ਵੱਧਦਾ ਹੀ ਹੈ। ਇਸੇ ਤਰ੍ਹਾਂ ਯਾਦ ਰੱਖਿਓ, ਸਤਿਗੁਰੂ ਜੀ ਕਹਿੰਦੇ ਕਦੀ ਕੋਈ ਗੱਲ ਵਾਪਰੀ ਹੋਏ, ਉਸ ਗੱਲ ਦੇ ਵਿੱਚ ਤੁਸੀਂ ਸੰਤੋਖ ਕਮਾ ਲਿਆ ਹੋਏ ਨਾ, ਕਿ ਕੋਈ ਝਗੜਾ ਹੈ, ਕੋਈ ਕਲੇਸ਼ ਹੈ, ਕੋਈ ਗੱਲ ਹੈ, ਕੋਈ ਬਾਤ ਹੈ, ਕੋਈ ਆਪਸੀ ਇਤਫਾਕ ਨਹੀਂ ਬਣ ਰਿਹਾ, ਅਗਲਾ ਬੰਦਾ ਨਹੀਂ ਸਮਝ ਰਿਹਾ, ਉਹਦੇ ਵਿੱਚ ਤੁਸੀਂ ਸੰਤੋਖ ਕਮਾ ਲਿਆ ਹੋਏ। ਜਿਸ ਤਰ੍ਹਾਂ ਕੋਈ ਬਾਹਰੀ ਗਹਿਣਾ ਖਰੀਦੀਦਾ ਨਾ, ਮਹਾਰਾਜ ਕਹਿੰਦੇ ਕਿ ਸਮਝਾਉਂਦੇ ਹੈ ਕਿ ਜੇ ਅੰਦਰੋਂ ਸੰਤੋਖ ਕਮਾ ਲਿਆ, ਸਮਝੋ ਇੱਕ ਗਹਿਣਾ ਖਰੀਦ ਲਿਆ ਤੁਸੀਂ। ਇਹਦੀ ਕੀਮਤ ਅੱਜ ਨਹੀਂ ਪਤਾ ਲੱਗੇਗੀ, ਇਹਦੀ ਕੀਮਤ ਕਈ ਸਮੇਂ ਬਾਅਦ ਪਤਾ ਲੱਗੇਗੀ। ਇਹਨੂੰ ਮਹਾਰਾਜ ਜੀ ਕਹਿੰਦੇ ਸੰਤੋਖ ਇੱਕ ਗਹਿਣਾ ਹੈ, ਇੱਕ ਸ਼ਿੰਗਾਰ ਹੈ ਜਿਹਦੇ ਕੋਲ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਜਿੱਥੇ ਮੈਟਾਫਰਸ ਦੀ ਗੱਲ ਹੁੰਦੀ ਹੈ, ਸਿੰਬਲ ਦੀ ਗੱਲ ਹੁੰਦੀ ਹੈ, ਉੱਥੇ ਸੰਤੋਖ ਪਿਤਾ ਆਖਿਆ, ਮਾਤਾ ਮਤ ਪਿਤਾ ਸੰਤੋਖ। ਕਿਉਂਕਿ ਘਰ ਦੇ ਵਿੱਚ ਜਿਹੜਾ ਪਿਓ ਹੁੰਦਾ, ਪਿਤਾ ਹੁੰਦਾ, ਉਹ ਬੱਚਿਆਂ ਵਾਸਤੇ ਸੰਤੋਖ ਬਹੁਤ ਰੱਖਦਾ, ਆਪਣੀਆਂ ਪ੍ਰਾਇਓਰਟੀਜ਼ ਘਟਾ ਦਿੰਦਾ ਤੇ ਘਰ ਨੂੰ ਦੇਖਦਾ ਘਰ ਕਿਵੇਂ ਚਲਾਉਣਾ, ਆਪਣੀ ਡਿਮਾਂਡਸ ਨੂੰ ਪਰਾਂ ਕਰ ਦਿੰਦਾ, ਆਪਣੀਆਂ ਇੱਛਾਵਾਂ ਦੇ ਉੱਤੇ ਉਹ ਚੱਦਰ ਕੰਬਲ ਪਾ ਦਿੰਦਾ ਜਾਂ ਪਾਣੀ ਫੇਰ ਦਿੰਦਾ, ਛੱਡੋ ਮੈਂ ਕੀ ਕਰਨਾ, ਘਰ ਵਸੇ। ਘਰ ਨੂੰ ਅਸੀਂ ਹੋਰ ਭਾਵ ਕਿ ਘਰ ਦਾ ਮਤਲਬ ਕਿ ਇਮਾਰਤਾਂ ਨਹੀਂ ਹੁੰਦੀਆਂ, ਪਰਿਵਾਰ ਦਾ ਬੈਠਣਾ, ਪਰਿਵਾਰ ਦਾ ਹੋਣਾ ਸੁਹਿਰਦਤਾ ਦੇ ਨਾਲ। ਇਸ ਤਰ੍ਹਾਂ ਪਿਤਾ ਦੇ ਨਾਲ ਸੰਤੋਖ ਨੂੰ ਸਤਿਗੁਰੂ ਜੀ ਨੇ ਸੰਤੋਖ ਘਿਓ ਆਖਿਆ। ਘਿਓ, ਜਿਹੜੀ ਕੁਆਲਿਟੀਜ਼ ਘਿਓ ਦੀ ਹੁੰਦੀਆਂ ਨੇ ਨਾ, ਜੇ ਬਿਲਕੁਲ 100% ਤਾਜ਼ਾ ਘਿਓ ਖਾਇਆ ਜਾਏ, ਅੱਜ ਵਾਲਾ ਨਹੀਂ, ਕੰਟੈਮੀਨੇਟਿਡ ਨਹੀਂ, ਜੇ ਤਾਜ਼ਾ ਖਾਧਾ ਜਾਏ, ਬਾਡੀ ਉਹਨੂੰ ਹਜ਼ਮ ਕਰ ਜੇ ਤੇ ਉਹਦਾ ਅਸਰ ਬਾਅਦ 'ਚ ਦਿਸਦਾ। ਸੰਤੋਖ ਇਸ ਤਰ੍ਹਾਂ ਦੀ ਚੀਜ਼ ਹੈ, ਅੱਜ ਸੰਤੋਖ ਕਰੋ, ਉਹਦਾ ਅਸਰ ਬਾਅਦ ਦੇ ਵਿੱਚ ਦਿਸੇਗਾ। ਸੰਤੋਖ ਵਾਜਾ, ਵਾਜਾ ਕੀ ਹੈ? ਚਲਿਆ ਪਤ ਸਿਓ ਜਨਮ ਸਵਾਰ, ਵਾਜਾ ਵਾਇਸੀ। ਅੱਜ ਨਹੀਂ ਵਜੇਗਾ, ਅੱਜ ਸੰਤੋਖ ਰੱਖ ਲਿਆ, ਸੰਤੋਖ ਰੱਖਿਆ। ਤੇ ਬਾਬਾ ਸ਼ੇਖ ਫਰੀਦ ਨੂੰ ਮਾਂ ਕਹਿੰਦੀ ਹੈ, ਤੂੰ ਜੰਗਲ ਜੰਗਲ ਕਿੱਥੇ ਭੱਜਦਾ ਫਿਰਦਾ, ਦੇਖ ਤੇਰੇ ਤਾਏ ਦੇ ਮੁੰਡੇ ਨੇ ਸ਼ਹਿਰ ਨਗਰ ਵਸਾਇਆ, ਸੁਣ ਰਿਹਾ ਢੋਲ? ਬਾਬਾ ਸ਼ੇਖ ਫਰੀਦ ਕਹਿੰਦਾ ਹਾਂ ਢੋਲ ਸੁਣੀਂਦਾ। ਕਹਿੰਦੇ ਕਿੰਨੀ ਦੂਰ ਵਸਾਇਆ? ਕਹਿੰਦੇ 2 ਮੀਲ ਹੈ। ਮਾਂ ਚਿੰਤਿਤ ਹੋ ਗਈ, ਚੁੱਪ ਹੋ ਗਈ। ਬਾਬਾ ਸ਼ੇਖ ਫਰੀਦ ਕਹਿੰਦੇ ਮਾਂ ਕੀ ਹੋਇਆ? ਕਹਿੰਦੇ ਮੇਰਾ ਬੱਚਾ ਕਿੱਥੇ, ਕਿਹੜੇ ਪਾਸੇ ਤੁਰ ਪਿਆ? ਮੈਂ ਵੀ ਕਿਥੇ ਸੁਪਨੇ ਲਏ ਸਨ ਕਿ ਮੇਰੇ ਪੁੱਤਰ ਦੇ ਵੀ ਢੋਲ ਵਜਨ, ਮੇਰਾ ਪੁੱਤਰ ਵੀ ਕੋਈ ਸ਼ਹਿਰ ਵਸਾਏ, ਕੋਈ ਥਾਂ ਵਸੇ, ਇਹਦੀਆਂ ਵੀ ਗੱਲਾਂ ਹੋਣ। ਤੂੰ ਤੇ ਕਈ ਸਾਲ ਜੰਗਲਾਂ ਤੋਂ ਹੀ ਨਹੀਂ ਬਾਹਰ ਆਉਣਾ, ਮੈਂ ਕੀ ਕਰਾਂ? ਖੈਰ ਮਾਂ ਚੁੱਪ ਹੋ ਗਈ। ਭਾਬੀ ਮਾਲਿਸ਼ ਕਰ ਰਹੀ ਸੀ। ਡਾਕਟਰ ਗੁਲਜ਼ਾਰ ਸਿੰਘ ਕੰਗ ਦੀ ਕਿਤਾਬ ਦੇ ਵਿੱਚ ਵੀ ਇਹਦਾ ਜ਼ਿਕਰ ਹੈ। ਤੇ ਬਾਬਾ ਸ਼ੇਖ ਫਰੀਦ ਭਾਬੋ ਨੂੰ ਰੋਕ ਕੇ ਕਹਿੰਦੇ, ਰੁਕ ਮਾਂ, ਗੱਲ ਸੁਣ, ਤੇਰੇ ਪੁੱਤਰ ਦਾ ਢੋਲ ਹਜੇ ਗੜੀਂਦਿਆ ਪਿਆ,
ਤੇਰੇ ਪੁੱਤਰ ਦਾ ਢੋਲ ਹਜੇ ਵੱਜ ਰਿਹਾ ਬਣ ਰਿਹਾ। ਕਹਿੰਦੇ ਬਣ ਰਿਹਾ? ਕਹਿੰਦੇ ਹਾਂ, ਹਜੇ ਗੰਡੀਂਦਿਆ ਪਿਆ, ਹਜੇ ਬਣਿਆ ਨਹੀਂ ਹੈ। ਇਹ ਮੇਰੇ ਭਰਾ ਦਾ ਢੋਲ 2 ਮੀਲ 5-7 ਮੀਲ ਤੋਂ ਸੁਣੇਗਾ। ਜਿਸ ਦਿਨ ਬਾਬੇ ਸ਼ੇਖ ਫਰੀਦ ਦਾ ਢੋਲ ਵੱਜੇਗਾ ਸਾਰੀ ਕਾਇਨਾਤ ਸੁਣੇਗੀ। ਹਜੇ ਗੰਡੀਂਦਿਆ ਪਿਆ। ਕਹਿੰਦੇ ਉਹ ਕਿਹੜਾ ਢੋਲ ਹੈ? ਕਹਿੰਦੇ ਸਬਰ ਦਾ, ਸੰਤੋਖ ਦਾ। ਸਬਰ ਏ ਸੁਆਓ ਜੇ ਤੂੰ ਬੰਦਾ ਦ੍ਰਿੜ ਕਰੇ ਫਰੀਦਾ, ਸਬਰ ਏ ਸੁਆਓ ਜੇ ਤੂੰ ਬੰਦਾ ਦ੍ਰਿੜ ਕਰੇ। ਵੱਧ ਥੀਵੇਂ ਦਰਿਆਓ ਟੁੱਟ ਨਾ ਥੀਵੀ ਵਾੜਾ। ਇਹ ਢੋਲ 1-2 ਮੀਲ ਨਹੀਂ ਵੱਜੇਗਾ, ਇਹ ਵਾਜਾ 1-2 ਮੀਲ ਨਹੀਂ ਵੱਜੇਗਾ। ਇਹ ਮਾਨਸ ਕਿਆ ਵਿਚਾਰ ਤਹ ਲੋਕ ਸੁਣਾਈ ਸੀ। ਮਹਾਰਾਜ ਕਹਿੰਦੇ ਸੰਤੋਖ ਏਡੀ ਵੱਡੀ ਦੌਲਤ ਹੈ, ਜੇ ਕੋਈ ਕਮਾ ਲੇ ਚੁੱਪ ਕਰਕੇ ਸੰਤੋਖ ਨੂੰ, ਸੰਤੋਖ ਦਾ ਤੀਰ ਜਰ ਜਾਏ। ਪਿੱਛੇ ਵੀ ਜ਼ਿਕਰ ਕੀਤਾ ਸੀ, ਜਦ ਨਿੰਦਾ ਨਿਕਲਦੀ ਹੈ ਨਾ, ਨਿੰਦਾ ਦੀ ਗਲ, ਨਿੰਦਾ ਇੱਕ ਗੇਂਦ ਦੀ ਤਰ੍ਹਾਂ ਹੈ, ਉਨਾ ਚਿਰ ਤੱਕ ਟੱਪਾ ਖਾਏਗੀ ਜਿੰਨਾ ਚਿਰ ਤੱਕ ਇਹ ਲੋਕਾਂ ਤੱਕ ਪਹੁੰਚੇਗੀ। 1 ਤੋਂ 2, 2 ਤੋਂ 3, 4 ਤੋਂ 5। ਗੱਲ ਇੱਕ ਆਖੀ ਹੈ, ਜਿਸ ਬੰਦੇ ਤੱਕ ਪਹੁੰਚਣੀ ਹੈ ਨਿੰਦਾ, ਜਿਹਦੀ ਕੀਤੀ ਜਾ ਰਹੀ ਹੈ, ਉਹਦੇ ਤੱਕ ਪਹੁੰਚਦੇ ਪਹੁੰਚਦੇ ਗੱਲਾਂ 10 ਹੋ ਜਾਣਗੀਆਂ। ਗੱਲ ਇੱਕੋ ਹੀ ਸ਼ੁਰੂ ਹੋਏਗੀ, ਨਿੰਦਾ ਦਾ ਟੱਪਾ ਵੱਧਦਾ ਜਾਏਗਾ, ਬਸ ਉੱਚੀ ਹੁੰਦੀ ਜਾਏਗੀ। ਉਹ ਕਹੇਗਾ ਹੈ ਇੰਨੀਆਂ ਗੱਲਾਂ, ਗੱਲ ਇੱਕੋ ਹੀ ਨਿਕਲੀ ਹੈ। ਪਰ ਗੁਰੂ ਰਾਮਦਾਸ ਜੀ ਕਹਿੰਦੇ ਉਹ ਭਲਾ ਹੈ ਜਿਨੇ ਇਹ ਕਹਿਤਾ ਨਾ ਕਿ ਜੈਸੇ ਕਾਤੀ 30-32 ਹੈ ਵਿੱਚ ਰਾਖੈ ਰਸਨਾ ਮਾਸ ਰੱਤ ਕੇਰੀ। ਕਹਿੰਦੇ ਜਿਸ ਤਰ੍ਹਾਂ ਇਹ 32 ਦੰਦਾਂ ਦੇ ਅੰਦਰ ਕੋਈ ਜ਼ੁਬਾਨ ਹੈ, ਹਰ ਸਾਰਿਆਂ ਦੇ ਅੰਦਰ ਹੈ। ਕਹਿੰਦੇ ਮਤ ਕੋਈ ਜਾਣੈ ਕਿ ਮਾਸ ਕਾਤੀ ਕਹਿ ਕਿਛ ਬਸ ਹੈ। ਕੋਈ ਇਹ ਭੁਲੇਖਾ ਨਾ ਕਰੋ ਕਿ ਇਹ ਜ਼ੁਬਾਨ ਦੀ ਚਲਾਕੀ ਹੈ ਤੇ ਦੰਦਾਂ ਤੋਂ ਬਚ ਜਾਂਦੀ ਹੈ। ਨਹੀਂ, ਸਭ ਵਸਗਤ ਹੈ ਹਰ ਕੇਰੀ। ਇਹ 32 ਦੰਦਾਂ ਦੀ ਕੈਂਚੀ ਵਿੱਚ ਇਹ ਛੋਟੇ ਜਿਹੇ ਮਾਸ ਦਾ ਟੁਕੜਾ ਬਚਾਉਣ ਵਾਲਾ ਵੀ ਉਹ ਰੱਬ ਹੈ। ਕਹਿੰਦੇ ਇਸੇ ਤਰ੍ਹਾਂ ਕੋਈ ਸੰਤ ਜਨਾਂ ਦੀ ਨਿੰਦਾ ਵੀ ਕਰਦਾ ਹੈ ਨਾ, ਜਿਸ ਤਰ੍ਹਾਂ 32 ਦੰਦਾਂ ਦੀ ਕੈਂਚੀ 'ਚ ਜ਼ੁਬਾਨ ਬਚਾ ਲੈਂਦਾ, ਰੱਬ ਬਚਾਉਣ ਵਾਲਾ ਹੈ, ਰੋਜ਼ ਨਿਤਾ ਬਚਾਉਂਦਾ। ਇਸੇ ਤਰ੍ਹਾਂ ਜਿਹੜਾ ਨਿੰਦਕ ਹੈ ਉਹ ਫਨਾ ਹੋ ਜਾਂਦਾ ਹੈ। ਜਿਹੜਾ ਸੰਤ ਜਨ ਹੈ ਜਿਹਦੀ ਨਿੰਦਾ ਹੋ ਰਹੀ ਹੈ, ਉਹ ਸੰਤੋਖ ਕਾਇਮ ਕਰਕੇ ਉਸ ਨਿੰਦਾ ਦੇ ਤੀਰ ਨੂੰ ਜਰ ਕੇ ਮਹਾਰਾਜ ਕਹਿੰਦੇ ਇਉਂ ਬਚ ਜਾਂਦਾ, ਉਹਦਾ ਕੁਛ ਨਹੀਂ ਉਗੜਦਾ, ਪਤ ਨਹੀਂ। ਔਰ ਨਿੰਦਾ ਦਾ ਤੀਰ ਕਦੀ ਨਹੀਂ ਟਿਕੇਗਾ, ਉਹ ਭੱਜਦਾ ਰਹੇਗਾ ਇਧਰੋਂ ਉਧਰ। ਜਿਸ ਦਿਨ ਸੰਤ ਜਨ ਦੇ ਹਿਰਦੇ 'ਚ ਨਿੰਦਾ ਆ ਜਾਏਗੀ ਨਾ, ਉਸ ਨਿੰਦਾ ਨੂੰ ਉਹ ਦਫਨ ਕਰ ਦੇਗਾ ਆਪਣੇ ਅੰਦਰ, ਉਹ ਗੱਲ ਫਿਰ ਬਾਹਰ ਨਹੀਂ ਨਿਕਲੇਗੀ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਬੰਦਗੀ ਕਰਨ ਵਾਲੇ ਹੁੰਦੇ ਆ ਉਹ ਦੂਸਰਿਆਂ ਤੇ ਪਰਦਾ ਹੀ ਪਾਉਂਦੇ ਆ, ਪਰ ਜਿਹੜੇ ਬੰਦਗੀ ਤੋਂ ਟੁੱਟੇ ਹੁੰਦੇ ਆ ਉਹ ਲੋਕਾਂ ਦੇ ਕੱਪੜੇ ਹੀ ਫਾੜਦੇ ਫਿਰਦੇ। ਇਹ ਫਰਕ ਹੁੰਦਾ। ਇਹਨੂੰ ਸੰਤੋਖ ਆਖਿਆ ਜਿਹੜਾ ਇਹਨੂੰ ਜਜ਼ਬ ਕਰ ਜਾਏ, ਦੂਜਿਆਂ ਦੀ ਪੱਤ ਟੱਕੇ, ਦੂਜਿਆਂ ਦੇ ਅਵਗੁਣਾਂ ਨੂੰ ਟੱਕੇ। ਇਹ ਸ਼ਬਦ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਰਾਮਕਲੀ ਮਹੱਲਾ 5ਵਾਂ। ਅੱਜ ਸੰਤੋਖ ਕੀਤਾ, ਇਹਦੀ ਕੀਮਤ ਬਾਅਦ 'ਚ ਪਤਾ ਲੱਗੇਗੀ। ਰਤਨ ਜਵੇਹਰ ਨਾਮ ਬੇਸ਼ਕੀਮਤੀ ਰਤਨ ਹੈ ਕਿ ਸਤ ਸੰਤੋਖ ਗਿਆਨ। ਪੂਰੇ ਗੁਰੂ ਗ੍ਰੰਥ ਸਾਹਿਬ 'ਚ ਸਿਰਫ ਸਤ ਸੰਤੋਖ ਗਿਆਨ ਹੈ, ਫਰੋਮ ਦ ਬਿਗਨਿੰਗ ਟੂ ਦ ਐਂਡ। ਵੈਸੇ ਲਫ਼ਜ਼ ਐਂਡ ਹੈ ਨਹੀਂ, ਕਿਉਂਕਿ ਅੰਗਰੇਜ਼ੀ 'ਚ ਹੁਣ ਦੂਸਰਾ ਕੀ ਹੈ, ਇਹਦਾ ਅੰਤ ਥੋੜੀ ਹੈ। ਜੇ ਅਸੀਂ ਕਹੀਏ ਕਿ ਸਿਰਫ 1430, ਪਰ ਗਿਆਨ ਤੇ ਅਸੀਮ ਹੈ ਨਾ। ਸ਼ੁਰੂਆਤ ਦੇਖੋ, ਸੁਣਿਆ ਸਤ ਸੰਤੋਖ ਗਿਆਨ। ਮੁੰਦਾਵਣੀ ਪੜੋ, ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ। ਬਸ ਆਹ 3 ਗੁਣ ਦਿੱਤੇ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਸਤ ਸੰਤੋਖ ਵਿਚਾਰ ਤੇ ਗਿਆਨ ਹੈ। ਮਹਾਰਾਜ ਕਹਿੰਦੇ 3 ਗੁਣ ਰੱਖੋ ਆਪਣੇ ਅੰਦਰ, ਸਤ ਸੰਤੋਖ ਤੇ ਗਿਆਨ। ਇਹ ਸਭ ਤੋਂ ਬੇਸ਼ਕੀਮਤੀ ਰਤਨ ਹੈ। ਸੂਖ ਸਹਿਜ ਦਇਆ ਕਾ ਪੋਤਾ। ਘਰ ਦੇ ਅੰਦਰ ਤਜੋਰੀ ਹੁੰਦੀ ਹੈ, ਉਹਦੇ ਵਿੱਚ ਇਕੱਠੀਆਂ ਹੁੰਦੀਆਂ ਚੀਜ਼ਾਂ, ਖੁਸ਼ ਹੁੰਦਾ ਬੰਦਾ। ਹਿਰਦੇ ਰੂਪੀ ਪੋਤਾ ਖਜ਼ਾਨਾ ਜਿਹੜਾ ਹੈ ਉਹ ਸਤ ਤੇ ਸੰਤੋਖ ਤੇ ਗਿਆਨ ਨੂੰ ਇਕੱਠਾ ਕਰੋ। ਇਹ ਖਜ਼ਾਨਾ ਹੈ ਬਹੁਤ ਬੇਸ਼ਕੀਮਤੀ। ਹਰ ਭਗਤਾਂ ਹਵਾਲਾ ਹੋਤਾ। ਇਹ ਭਗਤਾਂ ਨੂੰ ਦਿੱਤਾ ਹੋਇਆ, ਇਹ ਭਗਤੀ ਕਮਾਉਣ ਵਾਲਿਆਂ ਦੇ ਹੀ ਹਿੱਸੇ ਆਉਂਦਾ ਹੈ ਜੀ। ਮੇਰੇ RAM ਕੋ ਭੰਡਾਰ ਖਾਤ ਖਰਚ ਕਛ ਟੋਟ ਨਾ ਆਵੇ। ਅੰਤ ਨਹੀਂ ਹਰ ਪਾਰਾਵਾਰ ਰਹਾਉ। ਸਤਿਗੁਰੂ ਜੀ ਰਾਹੋ ਦੀ ਤੁਕਾਂ 'ਚ ਕਹਿੰਦੇ ਹੈ, ਮੇਰੇ RAM ਕੋ ਭੰਡਾਰ। ਇਹ ਸਤ ਸੰਤੋਖ ਤੇ ਗਿਆਨ ਦਾ ਭੰਡਾਰ ਬਾਣੀ ਹੈ, ਪ੍ਰਭੂ ਤੋਂ ਮਿਲਦਾ ਹੈ। ਖਾਤ ਖਰਚ ਕਛ ਟੋਟ ਨਾ ਆਵੇ। ਅੰਤ ਨਹੀਂ ਹਰ ਪਾਰਾਵਾਰ। ਇਹਦਾ ਕੋਈ ਅੰਤ ਨਹੀਂ ਕਰ ਸਕਦਾ, ਇਹਨੂੰ ਕੋਈ ਖਤਮ ਨਹੀਂ ਕਰ ਸਕਦਾ। ਜਿਹਦੇ ਅੰਦਰ ਸੰਤੋਖ ਆ ਉਹਦਾ ਸੰਤੋਖ ਹੋ ਨਹੀਂ ਸਕਦੇ।
ਚੰਚਲ ਬੰਦਾ ਪਰੇਸ਼ਾਨ ਹੁੰਦਾ ਰਹੇਗਾ, ਸੰਤੋਖੀ ਬੰਦਾ ਐਨ ਚੈਨ ਦੀ ਨੀਂਦ ਸੋਏਗਾ, ਕਿਉਂਕਿ ਅੰਦਰ ਸੰਤੋਖ ਹੈ। ਉਹਦੇ ਅੰਦਰ ਤਲਫੱਲੀ ਹਲਚਲ ਨਹੀਂ ਹੋਈ। ਗੱਲ ਭਾਵੇਂ ਸੱਤੀ ਕਪੜੀ ਅੱਗ ਲੱਗਣ ਵਾਲੀ ਕਹੀ ਹੈ, ਉਹਨੂੰ ਕੋਈ ਫਰਕ ਹੀ ਨਹੀਂ ਪਿਆ। ਉਹਨੂੰ ਉਹ ਤੀਰ ਨਹੀਂ ਵਜਿਆ, ਕਿਉਂਕਿ ਉਹਨੂੰ ਪ੍ਰੇਮ ਦਾ ਤੀਰ ਅਣਿਆਲਾ ਵਜਿਆ। ਉਹਨੂੰ ਪਤਾ ਇਹਨਾਂ ਚੀਜ਼ਾਂ ਦੀ ਕੀ ਵੈਲਿਊ ਹੈ, ਇਹ ਕੀ ਵਿਗਾੜ ਸਕਦੀਆਂ ਨੇ ਮੇਰਾ। ਇਸ ਕਰਕੇ ਜਿਹੜਾ ਨਿੰਦਕ ਹੈ ਨਾ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਨਿੰਦਕ ਨੂੰ એનર્ਜੀ ਨਹੀਂ ਦੇਣੀ। ਗੁਰੂ ਰਾਮਦਾਸ ਜੀ ਕਹਿੰਦੇ ਤੂੰ ਆਪਣਾ ਗੁਣ ਕਾਇਮ ਰੱਖ, ਸਹਿਜ ਵਾਲਾ। ਤੂੰ ਬੋਲਤਾ ਠੀਕ ਹੈ, ਪਰ ਇਹਨੂੰ ਹੀਨ ਭਾਵਨਾ 'ਚ ਵੀ ਨਹੀਂ ਲੈਣਾ। ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ, ਚਾਰ ਵਾਰੀ, ਫਿਰ ਇੱਥੇ ਚੂੰਕਾਰ ਅਜ਼ਮਾ ਹਿਲ ਤੇ ਦਰਗੁਜ਼ਸ਼ਤ ਵੀ ਹੈ। ਫਿਰ ਮਹਾਰਾਜ ਜੀ ਨੇ ਇਹ ਵੀ ਕਿਹਾ ਕਿ ਨਿੰਦਕ ਮੂੰਹ ਪਵੈ ਮੁਖ ਮਾਰ। ਤੇ ਫਿਰ ਜਦ ਕੁਛ ਵੀ ਨਹੀਂ ਤੇ ਫਿਰ ਮੁਖ ਮਾਰ ਵੀ ਕਿਆ ਹੋਇਆ, ਉਹਦੇ ਮੂੰਹ ਤੇ ਸਤਿਗੁਰੂ ਜੀ ਨੇ ਕਿਹਾ ਸਜ਼ਾ ਵੀ ਆ। ਫਿਰ ਉੱਪਰ ਬਾਅਦ ਦੀਆਂ ਗੱਲਾਂ ਨੇ। ਪਹਿਲਾ ਸੰਤੋਖ ਹੈ। ਸਤਿਗੁਰੂ ਜੀ ਕਹਿੰਦੇ ਸੰਤੋਖ ਨੂੰ, ਗਿਆਨ ਨੂੰ ਕੋਈ ਖਾਏਗਾ, ਖਰਚੇਗਾ, ਉਹ ਘਟੇਗਾ ਨਹੀਂ। ਆਵੇ ਟੋਟ ਨਾ ਆਵੇ, ਅੰਤ ਨਹੀਂ ਹਰ ਪਾਰਾਵਾਰ। ਇਸ ਗਿਆਨ ਦਾ, ਖਜ਼ਾਨੇ ਦਾ ਕੋਈ ਅੰਤ ਨਹੀਂ ਹੈ ਰਹਾਉ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਪੂੰਜੀ। ਇਹ ਸਿਫਤ ਸਲਾਹ ਵਿੱਚੋਂ ਮਿਲਦੀ ਹੈ ਸਤ ਸੰਤੋਖ ਤੇ ਵਿਚਾਰ ਦੀ ਗੱਲ। ਕੀਰਤਨ ਨਿਰਮੋਲਕ ਹੀਰਾ, ਇਹ ਬੇਸ਼ਕੀਮਤੀ ਖਜ਼ਾਨਾ ਹੈ। ਸਿਫਤ ਸਲਾਹ ਆਨੰਦ ਗੁਣੀ ਗਹੀਰਾ। ਨਿੰਦਾ ਕਰਨ ਵਾਲਾ, ਦੁੱਖ ਦੇਣ ਵਾਲਾ ਦੁੱਖਾਂ ਦੇ ਵਿੱਚ ਸੜਦਾ ਪਿਆ, ਪਰ ਜਿਹੜਾ ਸਿਫਤ ਸਲਾਹ ਕਰ ਰਿਹਾ ਉਹਦੇ ਕੋਲ ਆਨੰਦ ਹੈ। ਗੁਣਾਂ ਦਾ ਖਜ਼ਾਨਾ ਗਹੀਰ ਸਾਗਰ ਹੈ। ਉਹਦੇ ਕੋਲ ਪ੍ਰਭੂ ਦਾ ਨਾਮ ਹੈ ਜਿਹੜਾ ਬੇਅੰਤ ਹੈ, ਜਿਹਦਾ ਕੋਈ ਅੰਤ ਨਹੀਂ ਹੈ। ਸਾਗਰ ਦੇ ਵਿੱਚ ਕੋਈ ਜ਼ਹਿਰ ਪਾ ਦੇ, ਛੋਟੀ ਜਿਹੀ ਸ਼ੀਸ਼ੀ, ਸਾਗਰ ਦਾ ਕੀ ਵਿਗੜਦਾ? ਜਿਹਦਾ ਹਿਰਦਾ ਇੰਨਾ ਵਿਸ਼ਾਲ ਹੋ ਗਿਆ, ਛੋਟੀ ਜਿਹੀ ਗੱਲ ਕੋਈ ਕਰਦੇ ਉਹਦਾ ਕੀ ਵਿਗੜਦਾ? ਕਿਉਂਕਿ ਉਹਨੂੰ ਪਤਾ ਹੈ ਕਿ ਤੂੰ ਸਾਗਰੋ ਰਤ ਨਾਗਰੋ, ਹਾਂ ਸਾਰ ਨਾ ਜਾਣਾ ਤੇਰੀ ਰਾਮ। ਅਨਹਦ ਬਾਣੀ ਪੂੰਜੀ। ਜੇ ਸਿੱਖ ਕੋਲ ਕੋਈ ਦਾਤ ਹੈ, ਕੋਈ ਖਜ਼ਾਨਾ ਹੈ, ਗੁਰੂ ਕਾ ਸ਼ਬਦ, ਅੰਦਰ ਦੀ ਅਨਹਦ ਬਾਣੀ, ਅੰਦਰ ਦਾ ਸਬਰ। ਸੰਤਨ ਹੱਥ ਰਾਖੀ ਕੂੰਜੀ। ਤੇ ਸੰਤ ਜਨ ਜਿਹੜੇ ਨੇ ਨਾ, ਇਹਨਾਂ ਦੀ ਸੰਗਤ ਦੇ ਵਿੱਚ ਬੈਠਿਆਂ ਅੰਦਰ ਦੀ ਅਨਹਦ ਬਾਣੀ ਖੁੱਲਦੀ ਹੈ। ਅੰਦਰ ਦਾ ਸਹਿਜ ਖੁੱਲਦਾ ਹੈ, ਅੰਦਰ ਦਾ ਸੰਤੋਖ ਖੁੱਲਦਾ ਹੈ, ਅੰਦਰ ਦੇ ਕਿਵਾੜ ਖੁੱਲਦੇ ਨੇ, ਜਿਨ੍ਹਾਂ ਕਿਵਾੜ ਵਿੱਚੋਂ ਸਤ ਸੰਤੋਖ ਵਿਚਾਰ ਦੀਆਂ ਦਾਤਾਂ ਦੀ ਰੋਸ਼ਨੀ ਪ੍ਰਾਪਤ ਹੁੰਦੀ ਹੈ ਜੀ। ਸੁਨ ਸਮਾਧ ਗੁਫਾ ਤਹਿ ਆਸਨ, ਕੇਵਲ ਬ੍ਰਹਮ ਪੂਰਨ ਤਹਿ ਬਾਸਨ। ਭਗਤ ਸੰਗ ਪ੍ਰਭ ਗੋਸ਼ਟ ਕਰਤ, ਤਹਿ ਹਰਖ ਨਾ ਸੋਗ ਨਾ ਜਨਮ ਨਾ ਮਰਤ। ਸਤਿਗੁਰੂ ਜੀ ਕਹਿੰਦੇ ਆ ਇਹ ਕੋਈ ਬਾਹਰ ਦੀ ਗੁਫਾ 'ਚ ਜਾਣ ਦੀ ਲੋੜ ਨਹੀਂ ਹੈ। ਕਾਹੇ ਰੇਬਨ ਖੋਜਣ ਜਾਈ, ਜਾਂ ਕਿਸੇ ਪਹਾੜਾਂ ਦੀ ਟੀਸੀਆਂ ਤੇ ਨਹੀਂ। ਆਓ ਅੰਦਰ ਦੀ ਸਹਿਜ ਗੁਫਾ ਵਿੱਚ ਜਾਈਏ। ਇਹ ਹੈ, ਇੱਥੇ ਸਤਿਗੁਰੂ ਜੀ ਨੇ ਬਹੁਤ ਬੇਸ਼ਕੀਮਤੀ ਰਤਨ ਰੱਖੇ ਹੋਏ ਆ। ਲੋਕੀ ਢੂੰਡਣ ਬਾਹਰ ਗਏ ਨੇ, ਪਰ ਮਹਾਰਾਜ ਜੀ ਕਹਿੰਦੇ ਗੁਰਮੁਖ ਢੂੰਡ ਢੂੰਡੇਂਦਿਆਂ ਹਰ ਸੱਜਣ ਲੱਧਾ ਰਾਮ ਰਾਜੇ। ਕਿੱਥੇ ਲੱਧਾ? ਕੰਚਨ ਕਾਇਆ ਕੋਟਗੜ। ਇੱਥੇ ਗੁਫਾ 'ਚ ਵਿੱਚ ਹਰ ਹਰ ਸਿੱਧਾ ਇਹਦੇ ਅੰਦਰ ਹੀ ਪ੍ਰਗਟ ਹੋਇਆ। ਸੁਨ ਸਮਾਦ, ਇਹਦੇ ਅੰਦਰ ਕੋਈ ਸੁਨ ਹੋ ਜਾਏ, ਸਹਿਜ ਕਮਾ ਲੇ। ਸੁਨ ਦਾ ਮਤਲਬ ਅਫੁਰ ਅਵਸਥਾ। ਜਿਨੇ ਕੋਈ ਕਿਸੇ ਨੇ ਮਾੜਾ ਬੋਲਿਆ ਨਾ, ਉਹ ਫੁਰਨਾ ਤਾਂ ਠਾਂ ਵੱਜਦਾ ਰਹਿੰਦਾ ਸਾਰੀ ਰਾਤ, ਸਾਰਾ ਦਿਨ। ਬੰਦਾ ਕਚੀਚੀਆਂ ਵੱਢਦਾ। ਕਚੀਚੀਆਂ ਲਫ਼ਜ਼ ਵੀ ਬੜਾ ਪੁਰਾਣਾ ਹੈ ਸਾਡੇ ਪੰਜਾਬੀ ਦਾ। ਕਚੀਚੀਆਂ। ਹੁਣ ਸਾਡੇ ਨੌਜਵਾਨਾਂ ਨੂੰ ਕੀ ਸਮਝਾਵਾਂਗੇ ਕਚੀਚੀਆਂ? ਹਾਂ, ਜੇ ਉਹਨਾਂ ਨੂੰ ਕਵਾਂਗੇ ਨਾ ਜਾ ਕੇ ਪੰਸਾਰੀ ਦੀ ਦੁਕਾਨ ਤੋਂ ਕਚੀਚੀਆਂ ਲੈ ਆ, ਉਹ ਲੈਣ ਵੀ ਤੁਰ ਜਾਏਗਾ। ਉਹਨੂੰ ਲੱਗੇਗਾ ਕੋਈ ਚੀਜ਼ ਹੈ। ਤਾਂ ਮੇਰੇ ਨਾਲ ਵੀ ਇਹ ਹੋਇਆ ਸੀ। ਮੈਂ ਸੱਚੀ ਕਹਿੰਦਾ, ਪੰਜਾਬ ਗਿਆ ਸੀ ਨਵਾਂ ਤੇ ਨਾਲ ਦੇ ਮਿੱਤਰਾਂ ਨੇ ਕਿਹਾ ਕਚੀਚੀਆਂ ਲੈ ਆਈ। ਹੁਣ ਖਰੇ ਮੈਨੂੰ ਕੀ ਪਤਾ ਕਚੀਚੀਆਂ, ਸ਼ਹਿਰੀ ਬੱਚਾ ਮੈਂ। ਪਰ ਜਦ ਹੌਲੇ ਹੌਲੇ ਉਹਨਾਂ 'ਚ ਰਹਿਣਾ ਸ਼ੁਰੂ ਕੀਤਾ ਤਾਂ ਪਤਾ ਲੱਗਿਆ ਕਚੀਚੀਆਂ ਕੀ ਹੁੰਦੀ। ਅਸੀਂ ਕਚੀਚੀਆਂ ਨਹੀਂ ਵੜਦੇ, ਹਾਏ ਮੈਂ ਉਹ ਮਿਲ ਜਾਏ ਤੇ ਮੈਂ ਉਹਨੂੰ ਦੱਸਾਂ, ਇਹਨੂੰ ਕਚੀਚੀਆਂ ਕਹਿੰਦੇ। ਹੁਣ ਮਨਮੁਖ ਕਚੀਚੀਆਂ ਵੜਦਾ, ਪਰ ਗੁਰਮੁਖ ਕਹਿੰਦਾ ਕੋਈ ਨਹੀਂ, ਫਰੀਦਾ ਬੁਰੇ ਦਾ ਭਲਾ, ਉਹਦਾ ਵੀ ਭਲਾ ਹੋਏ। ਫਰੀਦਾ ਜੋ ਤੈ ਮਾਰੜ ਮੁਕੀਆਂ, ਤਿਨਾ ਨਾ ਮਾਰੇ ਘੁੰਮ। ਫਰੀਦ ਦਾ ਢੋਲ ਗੰਢੇਂਦਿਆਂ ਪਿਆ ਜੇ, ਸਬਰ ਕਮਾ ਰਿਹਾ ਫਰੀਦ, ਪਰ ਜਦ ਢੋਲ ਵਜੇਗਾ ਫਿਰ ਉਹ ਸਾਰੀ ਕਾਇਨਾਤ 'ਚ ਸੁਣੇਗਾ। ਇਹ ਕਮਾਇਆ ਫਰੀਦ ਜੀ ਨੇ, ਇਹ ਸਬਰ ਕਮਾਇਆ ਅੰਦਰ ਦਾ। ਸਤਿਗੁਰੂ ਜੀ ਕਹਿੰਦੇ ਸੁਨ ਸਮਾਦ, ਅੰਦਰ ਸਮਾਧੀ ਹੈ।
ਗੁਫਾ ਤਹਿ ਆਸਨ, ਮਨ ਟਿਕਿਆ ਹੋਇਆ, ਮਨ ਦੇ ਵਿੱਚ ਹਲਚਲ ਨਹੀਂ ਹੈ। ਜੇ ਛੋਟੀ ਜੀ ਗੱਲ ਹਲਚਲ ਪੈਦਾ ਕਰ ਦੇਗੀ, ਗੁਰੂ ਕੇ ਸਿੱਖਾ ਬਾਣੀ ਕਿਵੇਂ ਪੜ੍ਹੇਗਾ ਤੂੰ ਧਿਆਨ ਕਿਵੇਂ ਲਾਵੇਂਗਾ, ਰੋਜ਼ ਦਾ ਨੇਮ ਕਿਵੇਂ ਨਿਭਾਵੇਂਗਾ? ਜੇ ਇਹਨਾਂ ਗੱਲਾਂ ਦੇ ਵਿੱਚ, ਇਹਨਾਂ ਸਟਲ ਗੱਲਾਂ ਦੇ ਵਿੱਚ ਤੂੰ ਆਪਣਾ ਧਿਆਨ ਲਾਤਾ, ਤੇ ਫਿਰ ਕਿੱਥੋਂ ਗੁਟਕਾ ਫੜ ਕੇ ਪਾਠ ਕਰ ਲੇਗਾ? ਕਿੱਥੋਂ ਫਿਰ ਸੰਤ ਸਿਪਾਹੀ ਬਣ ਸਕੇਗਾ? ਇਸ ਕਰਕੇ ਮਹਾਰਾਜ ਕਹਿੰਦੇ ਛੱਡੋ ਇਹਨਾਂ ਗੱਲਾਂ ਨੂੰ, ਅਰਦਾਸ ਕਰੋ ਕਿ ਇਹ ਗੱਲਾਂ ਮਨ ਦੇ ਉੱਤੇ ਅਸਰ ਨਾ ਕਰਨ। ਕਹਿਣਾ ਬੜਾ ਔਖਾ ਹੈ, ਕਮਾਉਣਾ, ਕਹਿਣਾ ਬੜਾ ਸੌਖਾ ਹੈ, ਕਮਾਉਣਾ ਬੜਾ ਔਖਾ ਹੈ, ਸੱਚੀ ਗੱਲ ਹੈ। ਪਰ ਮਹਾਰਾਜ ਕਹਿੰਦੇ ਜਿਉਂ-ਜਿਉਂ ਕੋਈ ਸੁਰਤ ਜੋੜਦਾ ਹੈ ਸ਼ਬਦ ਵਿੱਚ, ਉਹ ਅੰਦਰ ਸੁਨ ਸਮਾਦ ਗੁਫਾ, ਇਸ ਗੁਫਾ 'ਚ ਤਹਿ ਆਸਨ ਟਿਕ ਜਾਂਦਾ ਹੈ ਮਨ। ਕੇਵਲ ਬ੍ਰਹਮ ਪੂਰਨ ਤਹਿ ਬਾਸਨ, ਉਹਦਾ ਵਸਣਾ ਬ੍ਰਹਮ ਪ੍ਰਭੂ ਦੇ, ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨਾਂ ਵਿੱਚ ਹੁੰਦਾ ਹੈ। ਉਹ ਅਰਲ ਬਰਲ ਦੀਆਂ ਗੱਲਾਂ, ਹਾਛੀਆਂ ਗੱਲਾਂ ਦੇ ਵਿੱਚ ਨਹੀਂ ਹੁੰਦਾ। ਅੱਗੇ ਕਹਿੰਦੇ ਭਗਤ ਸੰਗ ਪ੍ਰਭ ਗੋਸ਼ਟ ਕਰਤ, ਉਹ ਦੁਨੀਆ ਦੇ ਲੋਕਾਂ ਨੂੰ ਨਹੀਂ ਕਹਿ ਰਿਹਾ ਹੁੰਦਾ ਕਿ ਤੂੰ ਮੈਨੂੰ ਮਾੜਾ ਕਿਉਂ ਬੋਲਿਆ, ਤੂੰ ਮੈਨੂੰ ਇਹ ਕਿਉਂ ਕੀਤਾ। ਉਹ ਆਪਣੇ ਪ੍ਰਭੂ ਨੂੰ ਅੰਦਰ ਪੁੱਛ ਰਿਹਾ ਹੁੰਦਾ ਕਿ ਪ੍ਰਭੂ ਮੇਰੇ 'ਚ ਇੰਨੇ ਅਵਗੁਣ ਨੇ, ਲੋਕੀ ਮੈਨੂੰ ਮਾੜਾ ਬੋਲਦੇ ਨੇ, ਤੁਸੀਂ ਮੇਰੇ ਅਵਗੁਣਾਂ ਦਾ ਇਹ ਜਿਹੜਾ ਆਲ ਜੰਜਾਲ ਹੈ ਇਹਨੂੰ ਵੱਢੋ। ਨਾਮਦੇਵ ਨੇ ਗੱਲ ਕੀਤੀ, ਨਾਮਦੇਵ ਅੰਦਰ ਕਹਿੰਦੇ ਉਹੀ ਪਹਿਲ ਪੁਰੀਏ ਪੁੰਡਰਕ ਬਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ ਹਰ, ਉੱਥੇ ਜ਼ਿਕਰ ਹੈ ਤੂੰ ਕੁਨ ਰੇ ਮੈਂ ਜੀ ਨਾਮਾ ਭਗਤ ਸੰਗ ਪ੍ਰਭ ਗੋਸ਼ਟ ਕਰਤ, ਹੋ ਜੀ ਦੱਸੋ। ਨਾਮਦੇਵ ਕਹਿੰਦਾ ਮੈਂ ਇਹ ਇਲਾਜ ਕਿਸੇ ਤੋਂ ਨਹੀਂ ਲੈ ਸਕਦਾ, ਆਲਾ ਤੇ ਨਿਵਾਰਣਾ ਜਮ ਕਾਰਨ। ਮੇਰਾ ਮਨ ਐਨ ਨਿਰੋਲ ਕਰ ਦੋ ਕਿ ਕਿਸੇ ਦੀ ਗੱਲ ਮੇਰੇ ਮਨ ਤੇ ਨਾ ਲੱਗੇ, ਇਹਦਾ ਨਿਵਾਰਣ ਕਰ ਦੋ। ਨਿੰਦਾ ਚੁਗਲੀ ਦੁਐਸ਼ ਤਾਤ ਪਰਾਈ ਤੋਂ ਬਚਾ ਦੋ, ਤੇ ਜਮਾ ਦਾ ਭਾਉ ਮੇਰੇ ਅੰਦਰੋਂ ਕੱਢ ਲਓ। ਫਿਰ ਅੰਦਰ ਗੱਲ ਕਰਦਾ ਪ੍ਰਭੂ ਨਾਲ, ਤਹਿ ਹਰਕ ਨਾ ਸੂਗ ਨਾ ਜਨਮ ਨਾ ਮਰਨ ਮਰਤ। ਕਹਿੰਦੇ ਨਾ ਉੱਥੇ ਦੁੱਖ ਹੈ, ਨਾ ਉੱਥੇ ਸੁੱਖ ਹੈ, ਨਾ ਉੱਥੇ ਚੰਚਲਤਾਈ ਹੈ, ਨਾ ਉੱਥੇ ਲੁੱਡੀਆਂ ਪਾਉਂਦਾ ਮਨ, ਨਾ ਉੱਥੇ ਮਨ ਛਾਲਾ ਮਾਰਦਾ ਬਾਹਰੋਂ ਤੇ ਮੁੱਕੇ ਤੇਰਾ ਤੇਰਾ ਤੇਰਾ। ਮਨ ਕਹਿੰਦਾ ਕੋਈ ਨਹੀਂ, ਮੇਰਾ 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 ਹੀ ਹੈ। ਨਹੀਂ, ਮਨ ਹਰਕ ਸੋਗ ਤੋਂ, ਹਰਕ ਸੋਗ ਤੇ ਰਹਿ ਨਿਆਰੋ, ਨਾ ਹੀ ਮਾਨ ਅਪਮਾਨਾ, ਤੇ ਜਨਮ ਮਰਤ ਤੋਂ ਉਹ ਨਿਰਲੇਪ ਹੁੰਦਾ ਹੈ ਜੀ। ਕਰ ਕਿਰਪਾ ਜਿਸ ਆਪ ਦਿਵਾਇਆ, ਸਾਧ ਸੰਗ ਤਿਨ ਹਰ ਤਨ ਪਾਇਆ। ਦਇਆਲ ਪੁਰਖ ਨਾਨਕ ਅਰਦਾਸ, ਹਰ ਮੇਰੀ ਵਰਤਣ ਹਰ ਮੇਰੀ ਰਾਸ। ਪਰ ਇਹ ਖਜ਼ਾਨਾ ਸਾਧ ਸੰਗਤ ਤੋਂ ਬਿਨਾਂ ਨਹੀਂ ਮਿਲੇਗਾ, ਸੰਗਤ ਤੇ ਜ਼ਰੂਰ ਆਉਣਾ ਪਏਗਾ। ਜੇ ਕੋਈ ਕਹੇ ਮੈਂ ਘਰੇ ਬੈਠ ਕੇ ਜਪ ਲਾਂ, ਮਹਾਰਾਜ ਕਹਿੰਦੇ ਭਟਕ ਜਾਓਗੇ। ਸੰਗਤ ਹੀ ਰਸਤਾ ਦਿਖਾਉਣ ਵਾਲੀ ਹੈ। ਘਰ ਬੈਠ ਕੇ ਜਪ ਲਾਂ, ਮਹਾਰਾਜ ਕਹਿੰਦੇ ਹਉਮੈ ਆ ਜਾਏਗੀ, ਇੰਨਾ ਜਪ ਲਿਆ ਮੈਂ। ਘਰ ਬੈਠ ਕੇ ਜਪ ਲਾਂ, ਮਹਾਰਾਜ ਕਹਿੰਦੇ ਰੁਕਾਵਟ ਬਣ ਜਾਣਗੇ ਕਈ ਤਰ੍ਹਾਂ ਦੀਆਂ ਰੀਤੀਆਂ ਸਿੱਧੀਆਂ। ਪਰ ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਵੇ ਤੇਰੀ। ਕੱਲੀ ਗੱਡੀਆਂ ਪ੍ਰਦੂਸ਼ਣ ਨਹੀਂ ਸੁੱਟਦੀਆਂ, ਸਾਡੇ ਸਾਹ ਵੀ ਪ੍ਰਦੂਸ਼ਣ ਕਰਦੇ ਆ, ਮਾਹੌਲ ਨੂੰ ਖਰਾਬ ਕਰਦੇ ਆ। ਵਾਸ਼ਨਾ ਦੇ ਵਿੱਚ ਇਹ ਸਰੀਰ ਲੁਬਤ ਹੈ। ਜਦ ਅਸੀਂ ਸਾਹ ਛੋੜਦੇ ਹਾਂ ਚੌਗਿਰਦੇ 'ਚ, ਤੇ ਸਾਡਾ ਚੌਗਿਰਦਾ ਮਲੀਨ ਹੁੰਦਾ। ਇਹ ਅਣਦਿਸਦਾ ਪਸਾਰਾ ਹੈ ਸਾਰਾ। ਅਸੀਂ ਕਹਿੰਦੇ ਹਾਂ ਕਿ ਗੱਡੀਆਂ ਦਾ ਪੋਲਿਊਸ਼ਨ ਹੋ ਰਿਹਾ, ਪਰ ਸੱਚ ਇਹ ਹੈ ਕਿ ਮਨੁੱਖਾਂ ਦਾ ਵੀ ਪੋਲਿਊਸ਼ਨ ਹੁੰਦਾ ਹੈ। ਵਿਕਾਰਾਂ ਦੇ ਵਿੱਚ ਨਾਮ ਨਹੀਂ ਜਪਿਆ ਜਾਂਦਾ। ਪਰ ਹਾਂ, ਸੰਗਤ ਦਾ ਇਹ ਜਿਹੜਾ ਚੌਗਿਰਦਾ ਹੈ, ਇਹ ਜਿਹੜਾ ਔਰਾ ਹੈ, ਇਹ ਬੜਾ ਕੀਮਤੀ ਹੈ। ਇੱਥੇ ਅੰਦਰ ਕਈ ਜੁੜੇ ਹੋਏ ਬੈਠੇ ਨੇ ਜਿਨ੍ਹਾਂ ਨੇ ਚੌਗਿਰਦਾ ਬਹੁਤ ਟਿਕਾਤਾ। ਇਸ ਕਰਕੇ ਸਾਹਿਬ ਜੀ ਕਹਿੰਦੇ ਇੱਥੇ ਆਉਣ ਨਾਲ ਕਰ ਕਿਰਪਾ ਜਿਸ ਆਪ ਦਿਵਾਇਆ, ਜਿਹਨੂੰ ਦਿੱਤਾ ਗੁਰੂ ਨੇ ਸਾਧ ਸੰਗ ਤਿਨ ਹਰ ਧਨ ਪਾਇਆ। ਸੰਤੋਖ ਸਾਧ ਸੰਗਤ ਦੇ ਵਿੱਚ ਮਿਲਿਆ। ਦਇਆਲ ਪੁਰਖ ਨਾਨਕ ਅਰਦਾਸ, ਧੰਨ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਹੇ ਪ੍ਰਭੂ ਮੇਰੀ ਵੀ ਅਰਦਾਸ ਸਰਵਣ ਕਰੋ, ਮੈਂ ਵੀ ਅਰਦਾਸ ਕਰਦਾ। ਹਰ ਮੇਰੀ ਵਰਤਣ ਹਰ ਮੇਰੀ ਰਾਸ, ਮੇਰੀ ਰਾਸ ਪੂੰਜੀ ਨਾਮ ਹੋਏ। ਜਿਵੇਂ ਕੋਈ ਸੁੱਕਾ ਨਸ਼ਾ ਕਰਦਾ ਹੈ ਨਾ, ਸੁੱਕੇ ਨਸ਼ੇ ਦੇ ਵਿੱਚ ਜੜ ਜਾਏ, ਲੱਗ ਜਾਏ, ਉਹਨੂੰ ਨਾ ਲੱਗੇ, ਰੱਬ ਮਿਹਰ ਕਰੇ। ਸਾਡੇ ਘਰਾਂ 'ਚੋਂ ਜੇ ਹੈ ਤੇ ਇਹ ਨਿਕਲ ਜਾਏ, ਬੜੀ ਤਰਾਸਦੀ ਹੈ, ਦੇਖੀ ਹੈ। ਉਹ ਬੰਦਾ ਫਿਰ ਨਾ ਉੱਠਦੇ ਬਹਿੰਦੇ ਆ, ਉਹਨੂੰ ਫਿਰ ਚਿੱਟਾ ਹੀ ਚਾਹੀਦਾ। ਅੱਖ ਖੋਲੇਗਾ ਤੇ ਚਿੱਟਾ, ਨਹਾਉਣ ਲੱਗਿਆ ਚਿੱਟਾ, ਭੋਜਨ ਖਾਣਾ ਚਿੱਟਾ, ਬਾਹਰ ਜਾਣਾ ਉਹਨੂੰ ਫਿਰ ਨਸ਼ਾ ਚਾਹੀਦਾ, ਘਰ ਆਏਗਾ ਫਿਰ ਨਸ਼ਾ, ਸੌਣ ਲੱਗਿਆ ਵੀ ਨਸ਼ਾ, ਹਰ ਚੀਜ਼ ਲਈ ਨਸ਼ਾ ਚਾਹੀਦਾ ਉਹਨੂੰ। ਇਸ ਤਰ੍ਹਾਂ ਜਿਹੜਾ ਬੰਦਗੀ ਕਰਨ ਵਾਲਾ ਹੈ ਨਾ, ਉਹਨੂੰ ਮਾੜਾ ਨਸ਼ਾ ਨਹੀਂ ਲੱਗਦਾ, ਉਹਨੂੰ ਪ੍ਰੇਮ ਦਾ ਨਸ਼ਾ ਲੱਗ ਜਾਂਦਾ। ਉਹ ਉੱਠਦਿਆਂ ਵੀ ਵਾਹਿਗੁਰੂ ਆਖਦਾ ਹੈ,
ਤੁਰਿਆਂ ਵੀ ਵਾਹਿਗੁਰੂ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਂ। ਵਾਹਿਗੁਰੂ ਆ ਗਿਆ। ਇਹ ਅਮਲੀ ਹੀ ਹੈ, ਇਹ ਅਮਲ ਹੀ ਹੈ, ਪਰ ਇਹ ਅਮਲ ਬੜਾ ਕੀਮਤੀ ਹੈ। ਇਹਨੂੰ ਕਿਹਾ ਹਰ ਮੇਰੀ ਵਰਤਣ, ਹਰ ਮੇਰੀ ਰਾਸ। ਮੇਰੀ ਵਰਤਨ ਪੂੰਜੀਆਂ, ਉੱਠਦਿਆਂ ਬਹਿੰਦਿਆਂ ਮੈਂ ਗੁਰੂ ਗੁਰੂ ਕਰਦਾ ਹਜੇ। ਰਾਮ ਕਲੀ ਮਹਿਲਾ ਪੰਜਵਾ। ਮਹਿਮਾ ਨ ਜਾਣੈ ਵੇਦ, ਬ੍ਰਹਮੇ ਨਹੀਂ ਜਾਣੈ ਭੇਦ। ਅਵਤਾਰ ਨ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਪਰ ਇਹਦੀ ਮਹਿਮਾ ਕੋਈ ਜਾਣ ਨਹੀਂ ਸਕਿਆ। ਵੱਡੇ ਵੱਡੇ ਆਪਣੇ ਆਪ ਨੂੰ ਦੇਵਤੇ ਸ਼ਕਤੀਆਂ ਕਹਾਉਣ ਵਾਲੀਆਂ ਵੀ, ਉਹ ਵੀ ਇਸ ਮਹਿਮਾ ਨੂੰ, ਪਾਰ ਬ੍ਰਹਮ ਪਰਮੇਸ਼ਵਰ ਦੀ ਬੇਅੰਤ ਮਹਿਮਾ ਹੈ। ਔਰ ਬੇਅੰਤ ਮਹਿਮਾ ਵਿੱਚੋਂ ਇੱਕ ਬੂੰਦ ਹੈ ਸੰਤੋਖ ਕਮਾ ਲੈਣਾ, ਸਬਰ ਕਮਾ ਲੈਣਾ, ਅੰਦਰ ਗਿਆਨ ਕਮਾ ਲੈਣਾ। ਇਹ ਤੇ ਇੱਕ ਬੂੰਦ ਹੈ, ਉਹ ਤੇ ਬਹੁਤ ਵਿਸ਼ਾਲ ਹੈ। ਮਹਿਮਾ ਨਾ ਜਾਣੈ ਵੇਦ, ਰਾਮ ਕਲੀ ਮਹੱਲਾ ਪੰਜਵਾਂ 36ਵਾਂ ਸ਼ਬਦ ਹੈ। ਵੇਦ ਵੀ ਇਹਨੂੰ ਮਹਿਮਾ ਨੂੰ ਬਿਆਨ ਨਹੀਂ ਕਰ ਸਕਦੇ। ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ, ਵੇਦਾ ਮੈਂ ਨਾਮ ਉੱਤਮ ਸੋ ਸੁਣਿਆ ਨਾਹੀ, ਫਿਰਹਿ ਜਿਉ ਬੇਤਾਲਿਆ। ਕਿਉਂਕਿ ਉਹ ਪੂਰਨ ਰੂਪ ਦੇ ਵਿੱਚ ਬਿਆਨ ਨਹੀਂ ਕਰ ਸਕਦੇ। ਅੱਗੇ ਕਹਿੰਦੇ ਬ੍ਰਹਮੇ ਨਹੀਂ ਜਾਣਿਆ ਭੇਦ। ਬ੍ਰਹਮਾ ਜੀ, ਬ੍ਰਹਮੇ ਦਾ ਮਤਲਬ ਇੱਥੇ ਕਈ ਬ੍ਰਹਮੇ ਹੋਏ ਨੇ, ਕਈ ਬ੍ਰਹਮਾ ਜੀ ਹੋਏ ਨੇ, ਉਹ ਵੀ ਭੇਦ ਨਹੀਂ ਜਾਣ ਸਕੇ। ਅਵਤਾਰ ਨਾ ਜਾਣੈ ਅੰਤ। ਕਿੰਨੇ ਅਵਤਾਰ ਹੋਏ ਨੇ, ਉਹਨੇ ਪਾਰ ਬ੍ਰਹਮ ਪਰਮੇਸ਼ਵਰ ਦਾ ਅੰਤ ਨਹੀਂ ਜਾਣਿਆ। ਪਰਮੇਸ਼ਵਰ ਪਾਰ ਬ੍ਰਹਮ ਬੇਅੰਤ, ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ, ਉਸੀ ਨੇ ਅੰਤ ਨਹੀਂ ਪਾਇਆ ਜੀ। ਆਪਣੀ ਗਤ ਆਪ ਜਾਣੈ, ਸੁਣ ਸੁਣ ਅਵਰ ਵਖਾਨੈ ਰਹਾਉ। ਆਪਣੀ ਗਤ ਪ੍ਰਭੂ ਆਪ ਹੀ ਜਾਣਦਾ, ਸਹਿ ਭੰਗ ਹੈ। ਸੁਣ ਸੁਣ ਅਵਰ ਵਖਾਨੈ, ਅਸੀਂ ਤੇ ਬਸ ਸੁਣ ਸੁਣ ਕੇ ਅਵਰ ਵਖਾਣ ਸਕਦੇ ਹਾਂ। ਹੋਰ ਵਖਾਣ ਉਹ ਤੋਂ ਸੁਣ ਲਿਆ, ਉਸ ਤੋਂ ਸੁਣ ਲਿਆ, ਉਧਰੋਂ ਪੜ੍ਹ ਲਿਆ, ਪਰ ਪੂਰਨ ਰੂਪ ਦੇ ਵਿੱਚ ਕੋਈ ਬਿਆਨ ਨਹੀਂ ਕਰ ਸਕਦਾ। ਉਹ ਆਪ ਆਪਣੀ ਗਤ ਜਾਣਦੇ ਹੈ ਜੀ ਰਹਾਉ। ਸ਼ੰਕਰਾ ਨਹੀਂ ਜਾਣੈ ਭੇਵ, ਖੋਜਤ ਹਾਰੇ ਦੇਵ। ਦੇਵੀਆਂ ਨਹੀਂ ਜਾਣੈ ਮਰਮ, ਸਭ ਉਪਰ ਅਲਖ ਪਾਰ ਬ੍ਰਹਮ। ਉੱਥੇ ਬ੍ਰਹਮੇ ਆਇਆ ਸੀ, ਇੱਥੇ ਆਇਆ ਸ਼ੰਕਰਾ। ਭਾਵ ਕਿ ਏਕ ਸ਼ਿਵ ਨਹੀਂ ਕਈ। एक शिव भये एक गए, फिर एक भये। रामचंद्र कृष्ण के अवतार भी अनेक है। गुरु गोबिंद सिंह महाराज। शंकरा नहीं जान है भेव, रुद्र ध्यान ज्ञान सतगुर कै। कब जन भल उन्ह जो गावै, भले अमरदास गुण तेरे। तेरी उपमा तोहे बनिया। ना पार ब्रह्म परमेश्वर का अंत है, ते ना गुरु का अंत है। पार ब्रह्म परमेश्वर का तो कोई अंत नहीं पा सकता। ਖੋਜਤ ਹਾਰੇ ਦੇਵ, ਵੱਡੇ ਵੱਡੇ ਦੇਵਤੇ ਵੀ ਹਾਰ ਗਏ। ਦੇਵੀਆਂ, ਦੇਵੀਆਂ ਪੜ੍ਹਨਾ, ਦੇਵੀ ਦੇਵਤੇ। ਦੇਵੀਆਂ ਨਹੀਂ ਜਾਣੈ ਮਰਮ, ਉਹਦੇ ਭੇਦ ਨਹੀਂ ਜਾਣਿਆ ਦੇਵੀਆਂ ਨੇ ਵੀ। ਸਭ ਉੱਪਰ ਅਲਖ ਪਾਰ ਬ੍ਰਹਮ, ਸਭ ਤੋਂ ਉੱਤੇ ਪਾਰ ਬ੍ਰਹਮ ਪਰਮੇਸ਼ਵਰ ਹੈ ਜੀ। ਆਪਣੇ ਰੰਗ ਕਰਤਾ ਕੇਲ, ਆਪ ਵਿਛੋਰੈ ਆਪੇ ਮੇਲ। ਇਕ ਭਰਮੇ ਇਕ ਭਗਤੀ ਲਾਏ, ਆਪਣਾ ਕੀਆ ਆਪ ਜਣਾਏ। ਇੱਕ ਨਾ ਦੁੱਧ ਸਮਾਇਲੇ, ਇੱਕ ਚੁੱਲ੍ਹੇ ਰਹਿਣ ਚੜੇ ਰਹਿਣ। ਇੱਕ ਨੂੰ ਕਾੜਦਾ ਫਿਰਦਾ ਤੇ ਇੱਕ ਨੂੰ ਸਮਾ ਦਿੱਤਾ। ਇਹਦਾ ਮਤਲਬ ਕੀ ਹੈ ਕਿ ਇੱਕ ਨੂੰ ਵਿਛੋੜ ਦਿੱਤਾ ਤੇ ਇੱਕ ਨੂੰ ਮਿਲਾ ਦਿੱਤਾ। ਆਪਣਾ ਰੰਗ ਕਰਤਾ ਕੇਲ। ਕੇਲ ਕਹਿੰਦੇ ਖੇਡ ਪ੍ਰਭੂ ਦੀ ਹੈ। ਆਪ ਵਿਛੋਰੈ ਆਪੇ ਮੇਲ। ਆਪ ਹੀ ਵਿਛੋੜਦਾ ਤੇ ਆਪ ਹੀ ਮੇਲਦਾ। ਕਈਆਂ ਨੂੰ ਮੇਲ ਲਿਆ, ਕਈਆਂ ਨੂੰ ਵਿਛੜ ਦਿੱਤਾ। ਇੱਕ ਭਰਮੇ, ਇੱਕ ਦੇ ਕੱਕੇ ਨੂੰ ਸਿਹਾਰੀ ਹੈ। ਇੱਕ ਦਾ ਮਤਲਬ ਕਈਆਂ ਵਰਗੇ, ਇੱਕ ਬਹੁਵਚਨ। ਇੱਕ ਭਰਮੇ ਇੱਕ ਭਗਤੀ ਲਾਏ, ਕਈਆਂ ਨੂੰ ਭਟਕਾਤਾ ਤੇ ਕਈਆਂ ਨੂੰ ਭਗਤੀ ਲਾਤਾ। ਆਪਣਾ ਕੀਆ ਆਪ ਜਣਾਏ। ਆਪਣੀ ਗਤ ਮਿਤ ਜੇ ਪ੍ਰਭੂ ਹੀ ਆਪ ਦੱਸੇ, ਅੰਦਰ ਵਰਤ ਕੇ ਤੇ ਜਾਣਿਆ ਜਾ ਸਕਦਾ ਹੈ। ਕਹਿ ਸੁਣ ਕੇ, ਕਹਾ ਕੇ, ਬੋਲ ਕੇ, ਲਿਖ ਕੇ ਉਹਦੀ ਉਪਮਾ ਬੇਅੰਤ ਨਹੀਂ ਆਖੀ ਜਾ ਸਕਦੀ ਜੀ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੈ ਆਖੀ। ਨਹੀਂ ਲੇਪ ਤਿਸ ਪੁੰਨ ਨਾ ਪਾਪ, ਨਾਨਕ ਕਾ ਪ੍ਰਭ ਆਪੇ ਆਪ। ਸੰਤਨ ਕੀ ਸੁਣ ਸਾਚੀ ਸਾਖੀ। ਸੱਚੀ ਸਿੱਖਿਆ ਹੈ ਸੰਤ ਜਨਾਂ ਦੀ। ਜੋ ਬੋਲੇ ਹੈ ਸੋ ਬੋਲੇ ਹੈ, ਜੋ ਪੇਖੈ ਆਖੀ।
ਸੰਤ ਜਨ ਉਹੀ ਬੋਲਦੇ ਨੇ ਜਿਹੜਾ ਉਹਨਾਂ ਨੇ ਅੱਖਾਂ ਨਾਲ ਵੇਖ ਲਿਆ, ਕਹਿਆ ਕਹਾਇਆ ਸੁਣਿਆ ਹੋਇਆ ਨਹੀਂ ਜਿਹੜਾ ਪਿੱਛੇ ਪੜ ਕੇ ਆਏ। ਉਹਨਾਂ ਨੇ ਕਮਾਇਆ ਤੇ ਦੱਸ ਦਿੱਤਾ, ਉਹਨਾਂ ਨੇ ਦੇਖਿਆ, ਪ੍ਰਤੱਖ ਦੇਖਿਆ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਦੇਖ ਲਿਆ। ਸੁੱਕਾ ਹੋ ਟਲ ਗੁਰ ਸੇਵੀਐ ਅਹਨ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਜਾਏ। ਦੇਖ ਲਿਆ। ਸੋ ਬੋਲ ਹੈ ਜੋ ਪੇਖੈ ਆਖੀ, ਨਹੀਂ ਲੇਪ ਤਿਸ ਪਾਪ ਨਾ ਪੁੰਨ ਨਾ ਪਾਪ। ਉਸ ਪ੍ਰਭੂ ਨੂੰ ਪੁੰਨ ਤੇ ਪਾਪ ਦਾ ਲੇਖ ਨਹੀਂ ਹੈ। ਨਾਨਕ ਕਾ ਪ੍ਰਭ ਆਪੇ ਆਪ, ਉਹ ਪ੍ਰਭੂ ਆਪਣੇ ਆਪ ਤੋਂ ਹੈ। ਇੱਥੇ ਅਸੀਂ ਸਾਰੇ ਮਿਲ ਕੇ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋ, ਦੇਂਦਾ ਰਹੈ ਨਾ ਚੂਕੈ ਭੋਗ। ਬਸ ਅਗਲੀ ਤੁਕ ਸਿਖਰ ਹੈ, ਜਿਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰ ਕੈ ਕੀਤੀ ਰਾਤ। ਸਾਡੇ ਲਈ ਉਪਦੇਸ਼ ਕੀ ਹੈ? ਖਸਮ ਵਿਸਾਰੈ ਤੇ ਕਮਜ਼ਾਤ। ਅਸੀਂ ਕਮਜ਼ਾਤ ਹਾਂ ਜੇ ਪ੍ਰਭੂ ਨੂੰ ਵਿਸਰ ਕੇ। ਇਸ ਕਰਕੇ ਜੈਸਾ ਤੂੰ ਤੈਸਾ ਤੂੰ ਹੈ, ਤੁਹਾਡੇ ਵਰਗੇ ਤੁਸੀਂ ਹੋ, ਕੋਈ ਆਖ ਨਹੀਂ ਸਕਦਾ। ਨਾਨਕ ਕਾ ਪ੍ਰਭ ਆਪੇ ਆਪ, ਆਪ ਹੀ ਆਪ ਤੁਸੀਂ ਆਪਣੀ ਮਹਿਮਾ ਬਿਆਨ ਕਰ ਸਕਦੇ ਹੋ, ਕੋਈ ਬਿਆਨ ਨਹੀਂ ਕਰ ਸਕਦਾ। ਬਹੁਤ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸੰਗਤਾਂ ਦੇ ਵਿੱਚ ਵਰਤ ਕੇ ਇਹ ਵਿਚਾਰ ਕਰਵਾ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ। ਭਾਈ ਸਾਹਿਬ ਹੋਰਾਂ ਦਾ ਧੰਨਵਾਦ। ਕੱਲ ਬੇਨਤੀ ਕੀਤੀ ਸੀ ਕੰਪਿਊਟਰ ਕੋਰਸ ਲਈ ਔਰ ਇੰਗਲਿਸ਼ ਸਪੀਕਿੰਗ ਕੋਰਸ ਲਈ। ਹਜੇ ਬੱਚਿਆਂ ਦੀ ਐਂਟਰੀਜ਼ ਘੱਟ ਆਈਆਂ ਨੇ। ਕਈ ਗੁਰੂ ਕੇ ਪਿਆਰੇ ਸਰਦਾਰ ਇੰਦਰਜੀਤ ਸਿੰਘ, ਉਹਨਾਂ ਦਾ ਬੇਟਾ ਸਿਮਰਪ੍ਰੀਤ ਸਿੰਘ ਹੈਗੇ, ਤਿਲਕ ਨਗਰ ਤੋਂ ਕਥਾ ਸੁਣਦੇ ਨੇ। ਉਹ ਕਹਿੰਦਾ ਜੀ ਮੈਂ ਆਰਕੀਟੈਕਚਰ ਹਾਂ, ਮੈਂ ਕੋਰਸ ਕਰਾਉਣਾ ਚਾਹੁੰਦਾ, ਮੈਂ ਆਪਣਾ ਹਿੱਸਾ ਪਾਉਣਾ ਚਾਹੁੰਦਾ, ਬੱਚਿਆਂ ਨੂੰ ਮੈਂ ਆਟੋਕੈਡ ਸਿਖਾ ਸਕਦਾ। ਬਹੁਤ ਮੁਬਾਰਕ ਹੈ ਐਸੇ ਬੱਚਿਆਂ ਨੂੰ। ਇੱਕ ਮੈਸੇਜ ਮੈਨੂੰ ਹੋਰ ਆਇਆ, ਉਹ ਕਹਿੰਦੇ ਜੀ ਮੈਂ ਵੀ ਇੰਗਲਿਸ਼ ਟੀਚਰ ਹਾਂ, ਮੈਂ ਵੀ ਸੇਵਾ ਪਾਉਣਾ ਚਾਹੁੰਦਾ, ਤੁਸੀਂ ਦੱਸੋ। ਬਲਹਾਰ ਜਾਈਏ ਐਸੇ ਗੁਰਸਿੱਖਾਂ ਤੋਂ। ਸੋ ਇਹ ਜਿਹੜੇ ਕੋਰਸਿਸ ਨੇ ਅਗਲੇ ਮਹੀਨੇ ਤੱਕ ਕੋਸ਼ਿਸ਼ ਹੈ ਸ਼ੁਰੂ ਕਰਾਂਗੇ। ਸੋ ਜਿੱਥੇ ਜਿੱਥੇ ਤੱਕ ਆਵਾਜ਼ ਜਾ ਰਹੀ ਹੈ, ਫ੍ਰੀ ਕੋਰਸਿਸ ਦਾ ਅਸੀਂ ਇਹ ਰੱਖਿਆ ਹੋਇਆ, ਕੁਝ ਕੋਰਸਿਸ ਫ੍ਰੀ ਨੇ। ਸੋ ਜਿਹੜੇ ਸਾਡੇ ਆਸ-ਪਾਸ ਆਲੇ ਦੁਆਲੇ ਕੋਈ ਬੱਚੇ ਐਸੇ ਨੇ ਜਿਨ੍ਹਾਂ ਕੋਲ ਰੋਜ਼ਗਾਰ ਨਹੀਂ ਹੈ, ਕਿਉਂਕਿ ਇਹ ਕੋਰਸਿਸ ਬੜੇ ਛੇਤੀ ਰੋਜ਼ਗਾਰ ਦੇਣਗੇ। ਆਟੋਕੈਡ ਦੇ ਜਿਹੜੇ ਕੋਰਸਿਸ ਹੈਗੇ, ਜੇ ਬੱਚਾ ਕੁਛ ਵੀ ਨਹੀਂ ਕਰਦਾ, ਜੇ ਇਹ ਕੋਰਸ ਕਰ ਲੇ, ਆਰਕੀਟੈਕਚਰ ਦੇ ਕੁਛ ਡਾਇਮੈਂਸ਼ਨ ਦੇ ਕੋਰਸਿਸ ਹੈਗੇ, ਜੇ ਸਿੱਖ ਲੇ ਤੇ ਘੱਟੋ ਘੱਟ ਕਿਸੇ ਆਰਕੀਟੈਕਚਰ ਕੋਲ ਲੱਗ ਸਕਦਾ ਬੰਦਾ, ਕਿਸੇ ਇੰਜੀਨੀਅਰ ਕੋਲ ਲੱਗ ਸਕਦਾ ਹੈ, ਕਿਸੇ ਬਿਲਡਿੰਗ ਡਿਜ਼ਾਈਨਰ ਦੇ ਨਾਲ ਕਿਸੇ ਰੂਪ ਦੇ ਵਿੱਚ ਵੀ ਕਿਤੇ ਨਾ ਕਿਤੇ। ਔਰ GST ਕੋਰਸਿਸ ਹੈਗੇ ਆ ਔਰ ਟੈਲੀ ਦੇ ਹੈਗੇ। ਸੋ ਇਹ ਕੋਰਸਿਸ ਨੇ ਜਿਹੜੇ ਲੋੜਵੰਦ ਬੱਚੇ ਨੇ ਉਹਨਾਂ ਨੂੰ ਅਸੀਂ ਉਤਸ਼ਾਹ ਦੇ ਕੇ ਇਸ ਪਾਸੇ ਤੋਰੀਏ ਤਾਂ ਕਿ ਸਾਰਿਆਂ ਨੂੰ ਰੋਜ਼ਗਾਰ ਮਿਲੇ, ਸਾਰੇ ਉਦਮੀ ਹੋਣ, ਦਲਿੱਦਰਤਾ ਸਾਡੇ ਵਿੱਚੋਂ ਜਾਏ। ਸਾਰਿਆਂ ਦਾ ਧੰਨਵਾਦ ਹੈ ਜੀ। ਅੱਜ ਥੋੜ੍ਹੀ ਜਿਹੀ ਵੀਡੀਓ ਦੀ ਇਸ਼ੂ ਰਿਹਾ, ਡਾਕਟਰ ਮਨਪ੍ਰੀਤ ਸਿੰਘ ਚੈਨਲ 'ਤੇ ਵੀਡੀਓ ਥੋੜ੍ਹੀ ਜਿਹੀ ਕੱਟ ਕੇ ਆਈ ਹੈ, ਉਹ ਪੂਰਾ ਰੈਜ਼ੋਲਿਊਸ਼ਨ ਨਹੀਂ ਆਇਆ, ਉਹਦੀ ਖਿਮਾ ਚਾਹੁੰਦਾ। ਉਹ ਵੀਡੀਓ ਦੁਬਾਰਾ ਪੈ ਜਾਏਗੀ ਰਾਤੀ। ਬਾਕੀ ਜਨਹਿਤ ਨਿਊਜ਼ 'ਤੇ ਵੀ ਉਹ ਵੀਡੀਓ ਹੈਗੀ ਹੈ। ਸਾਰਿਆਂ ਦਾ ਸਮੁੱਚੇ ਤੌਰ 'ਤੇ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾਂ ਕੇ ਸਰਣੀ ਪਾਈਐ। ਦਰਸ਼ਨ ਭੇਟਤ ਹੋਤ ਆਨੰਦਾ, ਦੁਖ ਗਿਆ ਹਰਿ ਜਾਈਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਟੋਡੀ ਮਹੱਲਾ ਪੰਜਵਾਂ। ਹਰ ਹਰ ਚਰਨ ਹਿਰਦੈ ਉਰਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਹਰ ਹਰ ਚਰਨ ਹਿਰਦੈ ਉਰਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਰਹਾਉ ਪੁੰਨ ਦਾਨ ਪੂਜਾ ਪਰਮੇਸ਼ਰ, ਹਰ ਕੀਰਤ ਤਤ ਵਿਚਾਰੇ।
ਗੁਣ ਗਾਵਤ ਅਤੁਲ ਸੁਖ ਪਾਇਆ। ਠਾਕੁਰ ਅਗਮ ਅਪਾਰੇ, ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨ ਕਾ ਬਾਹੁਰ ਕਛ ਨਾ ਵਿਚਾਰੇ। ਨਾਮ ਰਤਨ ਸੁਣ ਜਪ ਜਪ ਜੀਵਾ, ਹਰ ਨਾਨਕ ਕੰਠ ਮਝਾਰੇ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨ ਕਾ ਬਾਹੁਰ ਕਛ ਨਾ ਵਿਚਾਰੇ। ਨਾਮ ਰਤਨ ਸੁਣ ਜਪ ਜਪ ਜੀਵਾ, ਹਰ ਨਾਨਕ ਕੰਠ ਮਝਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹਿਲਾ ਰਾਗ ਗੌੜੀ ਦੀਪਕੀ ਮਹਿਲਾ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਜੈ ਗਰ ਕੀ ਰਤਾਖੀਐ ਕਰਤੇ ਕਾ ਹੋਇ ਵਿਚਾਰੋ। ਗਰ ਗਾਵੋ ਸੋਹਿਲਾ ਸਿਵ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਸ ਸੋਹਿਲੇ ਸਦਾ ਸੁਖ ਹੋਇ ਰਹਾਉ। ਨਿਤ ਨਿਜੜੇ ਸੰਭਾਲਿਅਨ ਦੇਖੈ ਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕੌਣ ਸੰਵਾਰ। ਸੰਭਵ ਸਾ ਲਿਖਿਆ ਮਿਲ ਕਰ ਪਾਵੋ ਤੇਲ। ਦੇਵ ਸਜਣਿਆ ਸੀਸੜੀਆਂ ਜਿਉ ਹੋਏ ਸਭ ਸਿਉ ਮੇਲ। ਕਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸਦਨ ਹਰ ਸਿਮਰਿਆ ਨਾਨਕ ਸੇ ਦੇ ਆਵਨ। ਰਾਗਾ ਸਾ ਮਹਿਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸੀਆਂ ਘੜੀਆਂ ਪੈਰਾ। ਥਿਤੀ ਵਾਰੀ ਮਾਹੁ ਹੋਆ। ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੀਤੇ ਵੇਸ। ਰਾਧ ਨਾਸਰੀ ਮਹਿਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨ। ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਵਨ ਚਵਰੂ ਕਰੇ। ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਉ ਖੰਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਿਸ ਤਬ ਨੈਨ ਨਨ ਨੈਨ ਹੈ ਤੋਏ ਕਉ। ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲਨ ਏਕ ਪਦ ਗੰਧ ਬਿਨ। ਸਹਿਸ ਤਵ ਗਾਂਧਿਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ। ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ। ਅਨ ਦਿਨੋ ਮੋਹਿ ਆਏ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗਕਉ। ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾਏ। ਪੂਰਬ ਲਿਖਤ ਲਿਖੈ ਗੁਰ ਪਾਇਆ। ਮਨ